ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਬਿਹਾਗੜਾ ਮਹੱਲਾ ਨਾਵਾ। ਹਰਿ ਕੀ ਗਤ ਨਹੀਂ ਕਉ ਜਾਣੈ, ਜੋਗੀ ਜਤੀ ਤਪੀ ਪਚ ਹਾਰੇ, ਅਰ ਬਹੁ ਲੋਗ ਸਿਆਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦੀ ਬੇਅੰਤ ਅਤਿਅੰਤ ਕਿਰਪਾਲਤਾ ਦੇ ਸਦਕਾ ਆਪ ਸਰਬੱਤ ਸੰਗਤਾਂ ਹਜੂਰ ਦੀ ਕਿਰਪਾ ਨਾਲ ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੇ ਹੋ। ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ 400 ਸਾਲਾ ਪ੍ਰਕਾਸ਼ ਗੁਰਪੁਰਬ ਸੰਬੰਧ ਦੇ ਵਿੱਚ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਲੜੀਵਾਰ ਕਥਾ ਹਜੂਰ ਦੀ ਕਿਰਪਾ ਨਾਲ ਆਰੰਭ ਹੋਈ ਸੀ, ਜਿਸ ਵਿੱਚ ਆਪ ਸਰਬੱਤ ਸੰਗਤਾਂ ਨੇ ਕੱਲ ਦੇਵ ਗੰਧਾਰੀ ਰਾਗ ਦੇ ਵਿੱਚ ਜੋ 3 ਸ਼ਬਦ ਸਨ ਹਜੂਰ ਦੇ ਉਚਾਰਨ ਕੀਤੇ, ਉਹ ਖਾਲਸਾ ਜੀ ਸ਼ਰਵਣ ਕੀਤੇ ਸੀ। ਅੱਜ ਜਿਸ ਤਰ੍ਹਾਂ ਬਿਹਾਗੜਾ ਰਾਗ ਵਿੱਚ ਹਜੂਰ ਕਿਰਪਾ ਕਰ ਰਹੇ ਹਨ, ਆਓ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਕਮਲਾਂ ਦਾ ਧਿਆਨ ਧਰੀਏ, ਜਿਨ੍ਹਾਂ ਦਾ ਧਿਆਨ ਧਰਨ ਮਾਤਰ ਸੇ ਹੀ ਛਾਤੀ ਵਿੱਚ ਠੰਡ ਪੈ ਜਾਂਦੀ ਹੈ। ਹਜੂਰ ਦੇ ਦਰਸ਼ਨ ਕਰਦਿਆਂ ਹੀ ਸੁਧ ਮੇ ਨਾ ਸੁਧ ਰਹੀ, ਬੁੱਧ ਮੇ ਨਾ ਬੁੱਧ ਰਹੀ। ਜਿਨ੍ਹਾਂ ਨੇ ਦਰਸ਼ਨ ਕੀਤੇ ਹਨ, ਧੰਨ ਭਾਈ ਗੁਰਦਾਸ ਜੀ ਅਰਗਿਆ ਬ੍ਰਹਮ ਗਿਆਨੀ ਗੁਰਸਿੱਖਾਂ ਨੇ ਕਹਿੰਦੇ ਹਨ, ਜਦੋਂ ਹਜੂਰ ਦੇ ਦਰਸ਼ਨ ਕਰਦੇ ਹਾਂ ਸੁਧ ਬੁੱਧ ਭੁੱਲ ਜਾਂਦੀ ਹੈ। ਅਸਚਰਜ ਅਸਚਰਜ ਅਤ ਅਤ ਹੈ, ਭਾਵ ਅਸਚਰਜ ਅਸਚਰਜ ਹੀ ਮੂੰਹੋਂ ਨਿਕਲਦਾ ਹੈ, ਤੁਲਨਾ ਹੀ ਨਹੀਂ ਕੀਤੀ ਜਾ ਸਕਦੀ। ਕਹਿੰਦੇ ਹਨ ਗਤ ਮੇ ਨਾ ਗਤ ਹੈ, ਕਹਿੰਦੇ ਹਨ ਸਾਡੀ ਗਤੀ ਵਿੱਚ ਗਤੀ ਨਹੀਂ ਰਹਿ ਗਈ। ਆਓ ਐਸੇ ਹਜੂਰ ਦਾ ਧਿਆਨ ਆਪਣੇ ਹਿਰਦੇ ਦੇ ਵਿੱਚ ਧਰੀਏ। ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਪਾਸ ਕਾਂਸ਼ੀ ਦੀ ਸੰਗਤ ਆਈ ਹੈ, ਹਜੂਰ ਨੂੰ ਆ ਕੇ ਦੋਨੋਂ ਹੱਥ ਜੋੜ ਕੇ ਬੜੇ ਪ੍ਰੇਮ ਸ਼ਰਧਾ ਨਾਲ ਹਜੂਰ ਨੂੰ ਸਵਾਲ ਪੁੱਛਦੇ ਹਨ ਕਿ ਹਜੂਰ ਸਾਨੂੰ ਦੱਸਣਾ ਕਰੋ। ਤਰ੍ਹਾਂ ਤਰ੍ਹਾਂ ਦੇ ਜੋ ਗੁਰਸਿੱਖ ਪਿਆਰੇ ਹਨ ਹਜੂਰ ਨੂੰ ਪ੍ਰਸ਼ਨ ਕਰਦੇ ਹਨ। ਤਾਂ ਜਿਸ ਤਰ੍ਹਾਂ ਹੁਣ ਪੁੱਛਿਆ ਹੈ, ਮਹਾਰਾਜ ਜੀ ਜੋ ਅਕਾਲ ਪੁਰਖ ਵਾਹਿਗੁਰੂ ਹੈ, ਉਸ ਦੀ ਗਤੀ ਭਾਵ ਉਸ ਦੀ ਕੀ ਮਰਿਆਦਾ ਹੈ, ਅਕਾਲ ਪੁਰਖ ਵਾਹਿਗੁਰੂ ਨੇ ਕੀ ਕਰਨਾ ਹੈ, ਇਸ ਬਾਰੇ ਕੋਈ ਜਾਣ ਸਕਦਾ ਹੈ? ਤਾਂ ਖਾਲਸਾ ਜੀ ਜਿਸ ਤਰ੍ਹਾਂ ਹਜੂਰ ਉਹਨਾਂ ਨੂੰ ਉੱਤਰ ਦਿੰਦੇ ਹਨ, ਜਿਸ ਤਰ੍ਹਾਂ ਬਚਨ ਆਉਂਦੇ ਹਨ, ਪਰਥਾਏ ਸਾਖੀ ਮਹਾਪੁਰਸ਼ ਬੋਲਦੇ ਸਾਜੀ ਸਗਲ ਜਹਾਨੈ। ਉਪਦੇਸ਼ ਤਾਂ ਇੱਕ ਨੂੰ ਦਿੰਦੇ ਹੁੰਦੇ ਹਨ, ਪਰ ਸਾਰੇ ਸੰਸਾਰ ਵਾਸਤੇ ਸਾਂਝਾ ਹੋਇਆ ਕਰਦਾ ਹੈ। ਆਓ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਣਾ ਕਮਲਾਂ ਦਾ ਧਿਆਨ ਧਰ ਕੇ ਕਥਾ ਸ਼ਰਵਣ ਕਰਨ ਤੋਂ ਪਹਿਲਾਂ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਪ੍ਰਮਾਤਮਾ ਇੱਕ ਹੈ, ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਜੋ ਸਤ ਚਿਤ ਆਨੰਦ ਸਰੂਪ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤ ਚਿਤ ਆਨੰਦ ਸਰੂਪ ਤੇ ਸਤਿਗੁਰਾਂ ਦੀ ਕਿਰਪਾ ਦੁਆਰਾ ਜੋ ਪ੍ਰਾਪਤ ਹੁੰਦਾ ਹੈ। ਰਾਗ ਬਿਹਾਗੜਾ ਮਹੱਲਾ ਨਾਵਾ। ਬਿਹਾਗੜਾ ਰਾਗ ਹੈ ਜੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਵਿੱਚ 7ਵਾਂ ਰਾਗ ਹੈ ਤੇ ਅੱਧੀ ਰਾਤ ਦੇ ਸਮੇਂ ਵਿੱਚ ਗਾਇਨ ਹੁੰਦਾ ਹੈ। ਬਿਹਾਗੜਾ ਰਾਗ ਰਾਹੀਂ ਹਜੂਰ ਸਾਡੀ ਜ਼ਿੰਦਗੀ ਦੇ ਵਿੱਚ ਰੰਗ ਭਰਨ ਲੱਗੇ ਹਨ। ਧੰਨ ਧੰਨ ਜਾਗਦੀ ਜੋਤ
ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾਵੇਂ ਪਾਤਸ਼ਾਹ ਜੀ। ਹਰ ਕੀ ਗਤ ਨਹਿ ਕੋ ਜਾਣੈ। ਜਿਸ ਸਮੇਂ ਗੁਰਸਿੱਖ ਪੁੱਛਦੇ ਹਨ, ਹਜੂਰ ਅਕਾਲ ਪੁਰਖ ਵਾਹਿਗੁਰੂ ਨੇ ਕੀ ਕਰਨਾ ਹੈ ਆਉਣ ਵਾਲੇ ਸਮੇਂ ਵਿੱਚ, ਹਜੂਰ ਕੋਈ ਜਾਣ ਸਕਦਾ ਹੈ? ਉਹਨਾਂ ਦੀ ਗਤ ਭਾਵ ਮਰਿਆਦਾ ਕੀ ਹੈ, ਕਿਸ ਗਤੀ ਵੈਸੇ ਸਪੀਡ ਨੂੰ ਕਿਹਾ ਜਾਂਦਾ ਹੈ? ਤਾਂ ਹਜੂਰ ਫਰਮਾਉਂਦੇ ਹਨ, ਹਰ ਹੁੰਦਾ ਹੈ ਜੋ ਸਾਰਿਆਂ ਨੂੰ ਹੀ ਹਰਿਆ ਭਰਿਆ ਕਰਨ ਵਾਲਾ। ਹਰ ਭਾਵ ਸਾਰਿਆਂ ਦੇ ਦੁੱਖ ਹਰ ਦੇਣ ਵਾਲਾ, ਨਾਸ਼ ਕਰ ਦੇਣ ਵਾਲਾ। ਹਰ ਅਕਾਲ ਪੁਰਖ ਵਾਹਿਗੁਰੂ ਮਹਾਕਾਲ। ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਜੋਗੀ ਜਤੀ ਤਪੀ ਪਚ ਹਾਰੇ। ਕਹਿੰਦੇ ਹਨ ਮਹਾਰਾਜ ਜੀਆਂ ਨੂੰ ਗੁਰਸਿੱਖ, ਮਹਾਰਾਜ ਜੀ ਜੋ ਜੋਗੀ ਹਨ, ਜਪੀ ਹਨ, ਜੋ ਤਪੀ ਹਨ, ਇੱਥੇ ਤਿੱਕਰ ਜੋ ਜਤੀ ਹਨ, ਮਹਾਰਾਜ ਜੀ ਉਹ ਕਈ ਵਾਰ ਬੜੇ ਦਾਅਵੇ ਕਰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਆ ਹੋਵੇਗਾ। ਤਾਂ ਹਜੂਰ ਕਹਿੰਦੇ ਹਨ ਸਭ ਥੱਕ ਕੇ ਪਚ ਹਾਰੇ, ਥੱਕ ਕੇ ਬਹਿ ਗਏ ਹਨ। ਅਰ ਬਹੁ ਲੋਗ ਸਿਆਣੇ। ਅਰ ਬਹੁ ਲੋਗ ਸਿਆਣੇ ਭਾਵ ਜੋ ਬੜੇ ਸਿਆਣੇ ਗਿਆਨਵਾਨ ਪੁਰਸ਼ ਹਨ। ਭਾਵ ਜੇ ਅੱਜ ਦੇ ਜ਼ਮਾਨੇ ਵਿੱਚ ਜਿਨ੍ਹਾਂ ਨੂੰ ਕਹਿ ਦਈਏ ਸਾਇੰਟਿਸਟ ਆਦਿਕ, ਜੋ ਬੜੇ ਸਿਆਣੇ ਦਾਅਵੇ ਕਰਦੇ ਹਨ, ਹਜੂਰ ਕਹਿੰਦੇ ਹਨ ਦਾਅਵੇ ਤਾਂ ਕਰਦੇ ਹਨ ਪਰ ਥੱਕ ਕੇ ਹਾਰ ਕੇ ਬਹਿ ਜਾਂਦੇ ਹਨ। ਆਰੰਭ ਤੋਂ ਹੀ ਇਸੇ ਤਰ੍ਹਾਂ। ਹਰ ਕੀ ਗਤ ਨਹਿ ਕੋ ਜਾਣੈ। ਮਹਾਰਾਜ ਜੀ ਕਹਿੰਦੇ ਹਨ ਗੁਰਸਿੱਖੋ, ਹਰੀ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ ਕਿ ਕਿਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਜਨਮ ਦੇ ਰਿਹਾ ਹੈ। ਖਾਲਸਾ ਜੀ ਉਸ ਜਗ੍ਹਾ ਤੇ ਜਨਮ ਹੁੰਦੇ ਹਨ, ਹੈਰਾਨ ਰਹਿ ਜਾਂਦੇ ਹਨ। ਪੱਥਰਾਂ ਦੇ ਵਿੱਚ ਵੀ ਹਜੂਰ ਜਨਮ ਦੇ ਰਹੇ ਹਨ ਜੀਵਾਂ ਨੂੰ। ਕਿੱਥੇ ਕਿੱਥੇ ਜਨਮ ਦੇ ਰਹੇ ਹਨ। ਸਾਇੰਟਿਸਟ ਜਿਹੜੇ ਬੜੇ ਸਿਆਣੇ ਬਣਦੇ ਹਨ, ਥੋੜੇ ਸਮੇਂ ਬਾਅਦ ਹੀ ਕੋਈ ਨਵੀਂ ਮੱਛੀ ਮਿਲ ਜਾਂਦੀ ਹੈ ਸਮੁੰਦਰ ਦੇ ਵਿੱਚੋਂ। ਕਹਿੰਦੇ ਹਨ ਕਿ ਹੁਣ ਇਹਦਾ ਕੀ ਨਾਂ ਰੱਖੀਏ? ਤਾਂ ਖਾਲਸਾ ਜੀ ਜੇ ਕਿਸ ਤਰ੍ਹਾਂ ਜਨਮ ਕਰ ਰਿਹਾ ਹੈ, ਉਸ ਤੋਂ ਬਾਅਦ ਪਾਲਣਾ ਕਿਸ ਤਰ੍ਹਾਂ ਕਰ ਰਿਹਾ ਹੈ। ਪਾਲਣਾ ਕਰਨ ਦੇ ਵੀ ਅਚਰਜ ਮਹਾਰਾਜ ਜੀਆਂ ਦੇ ਤਰੀਕੇ ਹਨ। ਕਿਸੇ ਤਰ੍ਹਾਂ ਜਿਸ ਤਰ੍ਹਾਂ ਕੱਛੂ ਕੁੰਮੇ ਨੂੰ ਪਾਣੀ ਆਪਣੇ ਨੇਤਰਾਂ ਰਾਹੀਂ ਆਪਣੇ ਬੱਚਿਆਂ ਨੂੰ ਉਹ ਖੁਰਾਕ ਪਹੁੰਚਾ ਰਹੀ ਹੈ, ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਕਈ ਕੋਸ ਕੋਹਾਂ ਤੇ ਕੂੰਜਾਂ ਚਲੇ ਜਾਂਦੀਆਂ ਹਨ। ਆਪਣੇ ਮਨ ਵਿੱਚ ਜਿਸ ਤਰ੍ਹਾਂ ਆਪਾਂ ਸਿਮਰਨ ਕਰਦੇ ਹਾਂ, ਇਸ ਤਰ੍ਹਾਂ ਉਹ ਆਪਣੇ ਪੁੱਤਰਾਂ ਨੂੰ ਖੁਰਾਕ ਪਹੁੰਚਾਉਂਦੀ ਹੈ ਦਿਮਾਗ ਦੇ ਵਿੱਚੋਂ ਹੀ। ਅਚਰਜ ਤਰੀਕੇ ਹਨ। ਅਚਰਜ ਲੋਕ ਕਹਿੰਦੇ ਹਨ ਅਕਾਲ ਪੁਰਖ ਵਾਹਿਗੁਰੂ ਨੂੰ ਕਿਸ ਤਰ੍ਹਾਂ ਪਾਲਣਾ ਕਰ ਰਿਹਾ ਹੈ। ਤੇ ਮੌਤ ਖਾਲਸਾ ਜੀ ਕਿਤੇ ਵੀ ਆ ਜਾਂਦੀ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਹਰ ਕੀ ਗਤ ਨਹਿ ਕੋ ਜਾਣੈ। ਅਤੇ ਖਾਲਸਾ ਜੀ ਜਿਸ ਤਰ੍ਹਾਂ ਕਹਿੰਦੇ ਹਨ ਕਿ ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ, ਸੁਰਤ ਮਾਏ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਜਿਸ ਤਰ੍ਹਾਂ ਹਜੂਰ ਦੇ ਬਚਨ ਹਨ, ਕਹਿੰਦੇ ਹਨ ਕੱਲ ਇੱਥੇ ਬੜਾ ਸੋਹਣੇ ਬੋਲਦੇ ਸਨ ਛੱਤਾਂ ਵਿੱਚ ਬੈਠ ਕੇ, ਅਗਲੇ ਸਾਲ ਮੈਂ ਇੰਡੀਆ ਜਾਵਾਂਗਾ, ਇਸ ਤੋਂ ਬਾਅਦ ਮੈਂ ਆਪਣੇ ਪੁੱਤਰ ਦਾ ਵਿਆਹ ਕਰਾ ਕੇ ਫਿਰ ਅਸੀਂ ਇੱਥੇ ਸਾਰੀ ਫੈਮਿਲੀ ਸੈੱਟ ਹੋ ਜਾਵੇਗੀ, ਦੇਖ ਪੈਨਸ਼ਨ ਲੱਗ ਜਾਵੇਗੀ, ਫਿਰ ਆਨੰਦ ਹੋਣਗੇ ਜ਼ਿੰਦਗੀ ਦੇ ਵਿੱਚ। ਹਜੂਰ ਕਹਿੰਦੇ ਸਨ ਹਜੇ ਪਰਸੋਂ ਹੀ ਇੱਥੇ ਬੋਲ ਰਹੇ ਸੀ, ਬਾਬਾ ਬੋਲਤੇ ਤੇ ਕਹਾਂ ਗਏ, ਕਿੱਧਰ ਚਲੇ ਗਏ, ਪਤਾ ਹੀ ਨਹੀਂ ਲੱਗਿਆ ਕਿਤੋਂ ਮੌਤ ਆ ਕੇ ਜਦੋਂ ਸਿਰ ਤੇ ਉਹਨੇ ਮਾਰਿਆ ਡੰਡਾ। ਤਾਂ ਕਹਿੰਦੇ ਹਨ ਹਜੂਰ ਕਹਿੰਦੇ ਹਨ ਕਿ ਬਾਬਾ ਬੋਲਤੇ ਤੇ ਕਹਾਂ ਗਏ, ਦੇਹੀ ਕੇ ਸੰਗ ਰਹਤੇ। ਦੇਹੀ ਦਾ ਵੀ ਬੜਾ ਮਾਣ ਕਰਦੇ ਸੀ, ਬੜੀਆਂ ਐਕਸਰਸਾਈਜ਼ਾਂ ਕਰਦੇ ਸੀ, ਬੜਾ ਸੋਨਾ ਆਦਿਕ ਧਾਂਤਾ ਮਾਰ ਮਾਰ ਕੇ ਖਾਂਦੇ ਸੀ ਕਿ ਜਵਾਨ ਰਹੀਏ। ਕੇਸਾਂ ਨੂੰ ਵੀ ਕਾਲਾ ਰੰਗ ਕਰਾ ਲੈਂਦੇ ਹਨ ਕਈ। ਸੁਰਤ ਮਾਹੇ ਜੋ ਨਿਰਤੇ ਕਰਤੇ ਭਾਵ ਜੇ ਹਜੂਰ ਦੀ ਸੰਗਤ ਵਿੱਚ ਵੀ ਕਈ ਰਾਂ ਆ ਜਾਂਦੇ ਸਨ, ਉੱਥੇ ਵੀ ਬੈਠੇ ਬੈਠੇ ਸੁਰਤੇ ਕਿਤੇ ਹੋਰ ਹੀ ਭੱਜੇ ਫਿਰਦੇ ਹਨ। ਮੈਂ ਹੁਣ ਕੰਮ ਤੇ ਜਾਣਾ ਹੈ, ਮੈਂ ਜਦੋਂ ਕੰਮ ਤੇ ਜਾਊਂਗਾ ਏਦਾਂ ਕਰੂੰਗਾ। ਇੱਥੇ ਵੀ ਕਈਆਂ ਦਾ ਖਾਲਸਾ ਜੀ ਧਿਆਨ ਨਹੀਂ ਲੱਗਦਾ। ਹਜੂਰ ਕਹਿੰਦੇ ਸਨ ਸੁਰਤ ਮਾਹੇ ਜੋ ਨਿਰਤੇ ਕਰਤੇ, ਕਥਾ ਵਾਰਤਾ ਕਹਤੇ। ਅਤੇ ਜਿਹੜੇ ਬੜੀਆਂ ਬੜੀਆਂ ਕਥਾਵਾਂ ਕਰਕੇ ਸੁਣਾਉਂਦੇ ਸੀ ਕਿ ਇਸ ਤਰ੍ਹਾਂ ਹੋ ਜਾਂਦਾ ਹੈ, ਪਤਾ ਉਹਨਾਂ ਦਾ ਵੀ ਨਹੀਂ ਲੱਗਦਾ ਕਿ ਕੱਲ ਇੱਥੇ ਸਟੇਜ ਤੇ ਬੈਠੇ ਸੀ ਤੇ ਅੱਜ ਸ਼ਾਮ ਨੂੰ ਕਿੱਥੇ ਚਲੇ ਗਏ। ਹਜੂਰ ਕਹਿੰਦੇ ਹਨ ਹਰ ਕੀ ਗਤ ਨਹਿ ਕੋਊ ਜਾਣੈ। ਅਕਾਲ ਪੁਰਖ ਵਾਹਿਗੁਰੂ ਨੇ ਕੀ ਕਰ ਦੇਣਾ ਹੈ, ਉਸ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਜੋਗੀ ਜਤੀ ਤਪੀ ਪਚ ਹਾਰੇ। ਜੋਗੀ ਖਾਲਸਾ ਜੀ ਜਿਨ੍ਹਾਂ ਬਾਬਤ ਹਜੂਰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ,
ਪਰ ਨਿੰਦਾ ਉਸਤਤ ਨਹਿ ਜਾਕੈ, ਕੰਚਨ ਲੋਹ ਸਮਾਨੈ, ਹਰਖ ਸੋਗ ਤੇ ਰਹਿ ਅਤੀਤਾ, ਜੋਗੀ ਤਾਹੇ ਬਖਾਨੋ। ਵਾਹਿਗੁਰੂ, ਇਸ ਤਰ੍ਹਾਂ ਹਜੂਰ ਦੇ ਬਚਨ ਆਉਂਦੇ ਹਨ ਕਿ ਜੋਗੀ ਖਾਲਸਾ ਜੀ ਜਿਸ ਤਰ੍ਹਾਂ ਜੋਤਿਸ਼ ਆਦਿਕ ਵੀ ਹੁੰਦੇ ਹਨ, ਕਿਹਾ ਜਾਂਦਾ ਹੈ ਜਿਨ੍ਹਾਂ ਇਹ ਤਾਰਿਆਂ ਦੀ ਗਤੀ ਵੇਖ ਵੇਖ ਕੇ ਦੱਸਦੇ ਹਨ, ਆਹ ਹੁਣ ਨਛੱਤਰ ਚੱਲ ਰਿਹਾ ਹੈ, ਆਹ ਗ੍ਰਹਿ। ਇੱਕਰੀ ਖਾਲਸਾ ਜੀ ਖੋਜ ਕਰਦਾ, ਜਿਨ੍ਹਾਂ ਇਹ ਪਹਿਲਾਂ ਖੋਜ ਕੀਤੀ ਸੀ, ਉਹ ਜਾਂਦਾ ਜਾਂਦਾ ਆਪ ਹੀ ਖੂਹ ਵਿੱਚ ਡਿੱਗ ਪਿਆ। ਤਾਂ ਸਵੇਰੇ ਜਦੋਂ ਕੋਈ ਇਸਤਰੀ ਆਈ, ਉਸਨੇ ਜਦੋਂ ਉਹਨੂੰ ਖੂਹ ਵਿੱਚੋਂ ਉਸਨੇ ਪਕੜੀ ਹੋਈ ਸੀ ਖੂਹ ਦੀ ਰੱਸੀ ਜੀ ਵਿੱਚ, ਜਦੋਂ ਇਸਤਰੀ ਨੇ ਕੱਢਿਆ, ਇਸਤਰੀ ਨੂੰ ਕਹਿੰਦਾ ਹੈ, ਦੇਖ ਮੈਂ ਤਾਰਿਆਂ ਨੂੰ ਦੇਖ ਕੇ ਤੇਰੀ ਆਉਣ ਵਾਲਾ ਭਵਿੱਖ ਦੱਸਦਾ ਹਾਂ। ਅੱਗੋਂ ਇਸਤਰੀ ਕਹਿੰਦੀ, ਜਾ ਤੂੰ ਕੀ ਮੇਰਾ ਭਵਿੱਖ ਦੱਸਣਾ ਹੈ, ਜੇ ਤੈਨੂੰ ਪਤਾ ਹੁੰਦਾ ਤੇ ਤੂੰ ਖੂਹ 'ਚ ਡਿੱਗਣਾ ਸੀ। ਐਸੇ ਜੋਗੀ ਅਤੇ ਜਤੀ ਆਦਿਕ 6 ਜਤੀ ਮੰਨੇ ਜਾਂਦੇ ਹਨ, ਹਨੂਮਾਨ, ਲਛਮਣ ਆਦਿਕ ਅਤੇ ਤਪੀ, ਬੜੇ ਬੜੇ ਤਪੀ ਹੋਏ ਹਨ। ਪੁੱਠਾ ਲਟਕ ਕੇ ਸਾਧਨਾ ਕਰਦੇ ਹਨ, ਇੱਕ ਇੱਕ ਲੱਤ ਤੇ ਖੜ ਕੇ ਜਿਨ੍ਹਾਂ ਨੇ ਸਾਧਨਾ ਕੀਤੀ ਹੈ। ਹਜੂਰ ਕਹਿੰਦੇ ਹਨ ਦਾਅਵੇ ਤਾਂ ਕਰਦੇ ਹਨ, ਅਰ ਬਹੁ ਲੋਕ ਸਿਆਣੇ ਜਿੱਦਾਂ ਸਾਇੰਟਿਸਟ ਆਦਿਤ ਕਹਿ ਦਿੰਦੇ ਹਨ ਕਿ ਕੱਲ ਨੂੰ ਮੀਂਹ ਪਵੇਗਾ, ਪਰ ਕਈ ਵਾਰੀ ਆਪਾਂ ਦੇਖਦੇ ਹਾਂ ਕਿ ਉਹ ਤਾਂ ਪੈਂਦਾ ਹੀ ਨਹੀਂ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੈ ਕਿ ਹੁਣੇ ਹੀ ਧੁੱਪ ਚੜਾ ਦੇ ਜਾਂ ਕੁਝ। ਪਰ ਖਾਲਸਾ ਜੀ ਬੜੇ ਬੜੇ ਦਾਅਵੇ ਕਰਦੇ ਹਾਰ ਗਏ ਹਨ ਅਤੇ ਕਹਿੰਦੇ ਹਨ, ਹਜੂਰ ਕਹਿੰਦੇ ਹਨ, ਹਰੀ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ ਸ਼ੁਰੂ ਤੋਂ ਹੀ। ਹਰ ਕੀ ਗਤ ਨਹਿ ਕੋ ਜਾਣੈ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਦੇਖ ਤੂੰ ਦੇਖਦਾ ਹੈ ਕਿ ਧਰਤੀ ਕਿਹਦੇ ਆਸਰੇ ਖੜੀ ਹੈ ਅਤੇ ਜੋ ਐਡੇ ਐਡੇ ਭਾਰੇ ਪਰਬਤ ਹਨ, ਦੇਖ ਇਹਨਾਂ ਨੂੰ ਕਿਹਨੇ ਆਸਰਾ ਦਿੱਤਾ ਹੋਇਆ ਹੈ। ਜੇ ਤੂੰ ਕਹਿੰਦਾ ਹੈ ਇਹਨਾਂ ਨੂੰ ਧਰਤੀ ਨੇ ਆਸਰਾ ਦਿੱਤਾ ਹੈ, ਪਰ ਹਜੂਰ ਕਹਿੰਦੇ ਹਨ ਆਕਾਸ਼ ਵੱਲ ਨਿਗਾਹ ਮਾਰ, ਆਕਾਸ਼ ਕਿਸੇ ਥੰਮ ਨੇ ਨਹੀਂ ਥੰਮ ਰੱਖਿਆ। ਇਹ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਤੱਖ ਸ਼ਕਤੀ ਵਰਤ ਰਹੀ ਹੈ। ਉਹਦੇ ਚੋਜ ਹਨ ਹਜੂਰ ਦੇ, ਚਾਹੇ ਆਕਾਸ਼ ਨੂੰ ਧਰਤੀ ਤੇ ਚੜਾ ਦੇ, ਚਾਹੇ ਧਰਤੀ ਨੂੰ ਆਕਾਸ਼ ਤੇ ਚੜਾ ਦੇ। ਇਹ ਹਰੀ ਦੀ ਗਤ ਨੂੰ ਕੋਈ ਮਰਿਆਦਾ ਨੂੰ ਨਹੀਂ ਜਾਣ ਸਕਦਾ। ਇਸੇ ਤਰ੍ਹਾਂ ਹੀ ਹਰ ਕੀ ਗਤ ਨਹਿ ਕੋ ਜਾਣੈ। ਅਤੇ ਜਿਸ ਤਰ੍ਹਾਂ ਬਚਨ ਆਉਂਦੇ ਹਨ, ਅਗਸਤ ਆਦ ਜੇ ਬੜੇ ਤਪਸਪਤੀ ਬਸੇਖੀਐ, ਬੇਅੰਤ ਕੋ ਕਰੰਤ ਪਾਠ ਪੇਖੀਐ। ਐਸੇ ਐਸੇ ਰਿਸ਼ੀ ਮੁਨੀ ਹੋਏ ਹਨ ਜਪੀ ਤਪੀ, ਜਿਸ ਤਰ੍ਹਾਂ ਜ਼ਿਕਰ ਆ ਰਿਹਾ ਸੀ। ਅਗਸਤ ਮੁਨੀ ਹੋਇਆ ਹੈ ਜਿਸ ਨੇ ਇੱਕ ਘੁੱਟ ਵਿੱਚ ਸਾਰਾ ਸਮੁੰਦਰ ਹੀ ਪੀ ਲਿਆ ਸੀ। ਫਿਰ ਜਿਸ ਸਮੇਂ ਸਭ ਨੇ ਆ ਕੇ ਪੁਕਾਰ ਕੀਤੀ, ਤਾਂ ਜਿਸ ਤਰ੍ਹਾਂ ਪੁਰਾਣਕ ਸਾਖੀਆਂ ਆਉਂਦੀਆਂ ਹਨ, ਉਸ ਨੇ ਲਘੂ ਸ਼ੰਕਾ ਰਾਹੀਂ ਫਿਰ ਜਿਸ ਤਰ੍ਹਾਂ ਸਾਰਾ ਜੋ ਦਰਿਆ ਸੀ ਭਾਵ ਸਮੁੰਦਰ ਬਾਹਰ ਕੱਢਿਆ, ਤਾਂ ਕਰਕੇ ਮੰਨਿਆ ਜਾਂਦਾ ਹੈ ਸਮੁੰਦਰ ਖਾਰਾ ਹੈ। ਹਜੂਰ ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ, ਐਡੇ ਵੱਡੇ ਮੁਨੀ, ਦੇਖ ਬੰਦਿਆ ਤੂੰ ਤਾਂ ਛੋਟੀ ਜੀ ਚੀਜ਼ ਹੈ। ਬੇਅੰਤ ਕੋ ਕਰੰਤ ਪਾਠ ਪੇਖੀ ਹੈ। ਉਹਨਾਂ ਦੇ ਮੁਖਾਂ ਵਿੱਚੋਂ ਵੀ ਐਸੇ ਉਹ ਕਹਿੰਦੇ ਹਨ, ਕਾਲ ਪੁਰਖ ਵਾਹਿਗੁਰੂ ਬੇਅੰਤ ਹੈ, ਐਸੇ ਪਾਠ ਕਰਦੇ ਦੇਖੇ ਜਾਂਦੇ ਹਨ। ਇਸੇ ਤਰ੍ਹਾਂ ਹੀ ਹਰ ਕੀ ਗਤ ਨਹਿ ਕੋ ਜਾਣੈ। ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਚਲੀ ਪੁੱਤਰੀ ਲੋਨ ਕੀ ਠਾਹ ਸਿੰਧ ਕੋ ਲੈਨ, ਅਨਾਥ ਆਪ ਆਪੇ ਭਈ ਪਲਟ ਕਹੇ ਕੋ ਬੈਨ। ਅਤੇ ਖਾਲਸਾ ਜੀ ਕੁਝ ਸਾਧੂ ਮਹਾਪੁਰਸ਼ ਆਦਿਕ ਹੁੰਦੇ ਹਨ ਜੋ ਸਾਰਿਆਂ ਦੀ ਚਰਨਾਂ ਦੀ ਧੂੜੀ ਹੋਏ ਰਹਿੰਦੇ ਹਨ। ਉਹ ਜਿਸ ਤਰ੍ਹਾਂ ਇੱਕ ਖਾਲਸਾ ਜੀ ਇਹ ਪ੍ਰਮਾਣ ਆਉਂਦਾ ਹੈ, ਜਿਸ ਤਰ੍ਹਾਂ ਲੂਣ ਦੀ ਡਲੀ ਹੁੰਦੀ ਹੈ ਜੋ ਉਹ ਅਥਾਹ ਸਮੁੰਦਰ ਦਾ ਕਹਿੰਦੇ ਹਨ, ਥਰੜੀ ਡੂੰਘਾਈ ਮਾਪਣ ਵਾਸਤੇ ਚਲੇ ਗਈ। ਜਿੱਦਾਂ ਜਿੱਦਾਂ ਥੱਲੇ ਜਾਂਦੀ ਗਈ, ਆਪ ਖੁਰ ਕੇ ਸਮੁੰਦਰ ਦਾ ਰੂਪ ਹੀ ਹੋ ਗਈ। ਇਸੇ ਤਰ੍ਹਾਂ ਜਿਸ ਤਰ੍ਹਾਂ ਆਪਾਂ ਪੜ੍ਹਦੇ ਹਾਂ ਖਾਲਸਾ ਜੀ ਆਸਾ ਮਹੱਲਾ ਪਹਿਲਾ, ਜਿਸ ਤਰ੍ਹਾਂ ਖਾਲਸਾ ਜੀ ਜੋ ਆਪਾਂ ਰਹਿ ਰਾਸ ਸਾਹਿਬ ਵਿੱਚ ਬਚਨ ਪੜ੍ਹਦੇ ਹਾਂ, ਸੁਣ ਵੱਡਾ ਆਖੈ ਸਭ ਕੋਏ। ਸੁਣ ਕੇ ਤਾਂ ਸਾਰੇ ਹੀ ਕਹਿ ਦਿੰਦੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਹੈ, ਪਰ ਕਹਿੰਦੇ ਹਨ ਕੇਵਡ ਵੱਡਾ ਡੀਠਾ ਹੋਏ। ਕਿੱਡਾ ਕੁ ਵੱਡਾ ਹੈ, ਇਹ ਤਾਂ ਜੇ ਕਿਸੇ ਨੇ ਵੇਖਿਆ ਹੋਵੇ ਤਾਂ ਹੀ ਕਹਿ ਸਕਦਾ ਹੈ। ਕੀਮਤ ਪਾਏ ਨਾ ਕਹਿਆ ਜਾਏ, ਨਾ ਉਸ ਅਕਾਲ ਪੁਰਖ ਵਾਹਿਗੁਰੂ ਦੀ ਕੀਮਤ ਪਾਈ ਜਾ ਸਕਦੀ ਹੈ। ਅਤੇ ਜੇ ਕੋਈ ਕਹਿਣ ਲੱਗਦਾ ਹੈ ਤਾਂ ਖਾਲਸਾ ਜੀ ਕਲਮਾਂ ਛੋਟੀਆਂ ਪੈ ਜਾਂਦੀਆਂ ਹਨ। ਐਂਡ ਤੇ ਕਹਿੰਦੇ ਹਨ ਬੇਅੰਤ ਨਾ ਇਤੀ ਭਾਵ ਵੇਦ ਪੁਰਾਣ ਵੀ ਥੱਕ ਜਾਂਦੇ ਹਨ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਜੇ ਕੋਈ ਕਹਿਣ ਲੱਗਦਾ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਸਮਾ ਕੇ ਮਹਾਰਾਜ ਜੀਆਂ ਦਾ ਰੂਪ ਹੀ ਹੋ ਜਾਂਦਾ ਹੈ।
ਫਿਰ ਪਰਤ ਕੇ ਕੌਣ ਆ ਕੇ ਦੱਸੇ ਕਿ ਹਜੂਰ ਦੀ ਗਤ ਕਿਤਨੀ ਹੈ, ਕਿਉਂਕਿ ਉਹ ਤਾਂ ਉਹਦਾ ਹੀ ਰੂਪ ਹੋ ਜਾਂਦੇ ਹਨ। ਹਜੂਰ ਜਿਸ ਤਰ੍ਹਾਂ ਕਹਿ ਰਹੇ ਹਨ, ਹਰ ਕੀ ਗਤ ਨਹਿ ਕੋਊ ਜਾਣੈ, ਕੌਣ ਜਾਣ ਸਕਦਾ ਹੈ ਕਿ ਹਰੀ ਦੀ ਗਤੀ ਕੀ ਹੈ, ਆਉਣ ਵਾਲੇ ਸਮੇਂ ਵਿੱਚ ਹਜੂਰ ਨੇ ਕੀ ਕਰਨਾ ਹੈ। ਖਾਲਸਾ ਜੀ ਜੋ ਬ੍ਰਹਮ ਗਿਆਨੀ ਹੋਇਆ ਕਰਦੇ ਹਨ, ਆਉਣ ਵਾਲੇ ਸਮੇਂ ਦਾ ਉਹਨਾਂ ਨੂੰ ਵੀ ਪਤਾ ਲੱਗ ਜਾਂਦਾ ਹੈ। ਪਰ ਫਿਰ ਵੀ ਖਾਲਸਾ ਜੀ ਕਈ ਵਾਰਾਂ ਕੋਈ ਸਾਧੂਆਂ ਨੂੰ ਵੀ ਟਿਚਣਾ ਕਰਕੇ ਕਹਿ ਦਿੰਦਾ ਹੈ, ਸਾਧੂਆਂ ਨੇ ਇਹ ਬਚਨ ਤਾਂ ਕਹੇ ਸੀ, ਤਾਂ ਉਹ ਏਦਾਂ ਹੋਇਆ ਨਹੀਂ। ਤਾਂ ਖਾਲਸਾ ਜੀ ਉਹ ਕੀ ਜਾਣਦੇ ਹਨ, ਕਾਲ ਪੁਰਖ ਵਾਹਿਗੁਰੂ ਬੇਪਰਵਾਹ ਹੈ। ਸਾਧੂ ਵੀ ਕਹਿੰਦੇ ਹਨ ਕਿ ਇਹ ਤਾਂ ਉਹਦੀ ਮਰਜ਼ੀ ਸੀ ਨਾ, ਹੋਣਾ ਤਾਂ ਉਸੇ ਤਰ੍ਹਾਂ ਸੀ, ਉਹਨੇ ਪਲਟਾਤਾ। ਹਜੂਰ ਕਹਿੰਦੇ ਹਨ, ਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਜਿਸ ਤਰ੍ਹਾਂ ਖਾਲਸਾ ਜੀ ਬੇਅੰਤ ਬਚਨ ਆਉਂਦੇ ਹਨ, ਜੋਗੀ ਜਤੀ ਤਪੀ ਪਚ ਹਾਰੇ। ਅਤੇ ਜੋ ਜੋਗੀ ਹਨ, ਜਪੀ ਹਨ, ਤਪੀ ਹਨ, ਬੜੇ ਬੜੇ ਥੱਕ ਕੇ ਹਾਰ ਕੇ ਬਹਿ ਗਏ ਹਨ। ਜਿਸ ਤਰ੍ਹਾਂ ਖਾਲਸਾ ਜੀ ਕਬੀਰ ਤੂੰ ਕਰਤਾ ਤੂ ਹੁਆ, ਮੁਝ ਮੇਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਅਤੇ ਖਾਲਸਾ ਜੀ ਇੰਨੇ ਸਾਧਨ ਸਾਧ ਕੇ ਕੌਣ ਦੱਸੇ ਕਿ ਹਰੀ ਦੀ ਗਤੀ ਕੀ ਹੈ। ਜਿਸ ਤਰ੍ਹਾਂ ਬੇਅੰਤ ਖਾਲਸਾ ਜੀ ਬਚਨ ਆਉਂਦੇ ਹਨ ਕਿ ਕਹਿੰਦੇ ਹਨ ਕਿ ਮੈਂ ਜਾਂਦਾ ਤਾਂ ਇੱਧਰ ਨੂੰ ਹੈ, ਬੰਦਾ ਮਤਾ ਤਾਂ ਕਰਦਾ ਹੈ ਕਿ ਮੈਂ ਇੱਧਰ ਪੱਛਮ ਨੂੰ ਜਾਣਾ ਹੈ, ਪਰ ਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਪੂਰਬ ਦੀ ਤਰਫ ਲੈ ਜਾਂਦਾ ਹੈ। ਜਿਸ ਤਰ੍ਹਾਂ ਅੱਗੇ ਹਜੂਰ ਹੁਣ ਸਾਨੂੰ ਦੱਸਣਗੇ, ਅਰ ਬਹੁ ਲੋਗ ਸਿਆਣੇ। ਅਤੇ ਖਾਲਸਾ ਜੀ ਅਰ ਬਹੁ ਲੋਗ ਸਿਆਣੇ, ਜਿਹੜੇ ਸਾਇੰਟਿਸਟ ਹਨ ਅਤੇ ਕਈ ਬੜਾ ਦਾਅਵਾ ਕਰਦੇ ਸੀ। ਪਿੱਛੇ 2012 ਤੇ ਮੂਵੀਆਂ ਵੀ ਬਣ ਗਈਆਂ ਸੀ, ਕਹਿੰਦੇ ਹਨ ਧਰਤੀ ਖਤਮ ਹੋ ਜਾਣੀ ਹੈ, ਪਰ ਖਾਲਸਾ ਜੀ ਦਾਅਵੇ ਇੱਥੇ ਹੀ ਰਹਿ ਜਾਂਦੇ ਹਨ। ਅਕਾਲ ਪੁਰਖ ਵਾਹਿਗੁਰੂ ਨੂੰ ਜਿੱਦਾਂ ਭਾਉਂਦਾ ਹੈ ਉਸੇ ਤਰ੍ਹਾਂ ਹੀ ਸ੍ਰਿਸ਼ਟੀ ਚੱਲਦੀ ਹੈ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਸਾਧ ਸੰਗਤ ਜੀ ਇੱਕ ਵਾਰੀ ਜਿੱਦਾਂ ਸਰੋਵਰ ਦੇ ਕੰਢੇ ਖੜੇ ਸਨ, ਇੱਕ 12 ਸਿੰਘਾ ਉੱਥੋਂ ਜਲ ਛਕਣ ਆਇਆ। ਜਿਸ ਸਮੇਂ ਜਲ ਛਕਦਾ ਹੈ ਥੱਲੇ ਇੱਕ ਮੱਛੀ ਹੁੰਦੀ ਹੈ। ਜਦੋਂ ਹਜੂਰ ਕੀ ਦੇਖਦੇ ਹਨ ਕਿ ਜਿਹੜੀ ਉਹ ਮੱਛੀ ਸੀ, ਜਦੋਂ ਉਹ 12 ਸਿੰਘਾ ਜਲ ਛਕਦਾ ਹੈ ਉਹਦੇ ਸਿੰਘਾਂ ਵਿੱਚ ਫਸ ਜਾਂਦੀ ਹੈ। ਜਦੋਂ ਹਿਰਨ ਉੱਪਰ ਨੂੰ ਚੱਕਦਾ ਹੈ ਤਾਂ ਮੱਛੀ ਚਮਕਣ ਨਾਲ ਆਕਾਸ਼ ਤੋਂ ਇੱਕ ਇੱਲ ਆਉਂਦੀ ਹੈ। ਚਮਕਦਾ ਹੋਇਆ ਉਸ ਮੱਛੀ ਨੂੰ ਦੇਖ ਕੇ ਕੀ ਦੇਖਦੀ ਹੈ, ਮੇਰਾ ਸ਼ਿਕਾਰ ਹੈ। ਮੱਛੀ ਨੂੰ ਜਦੋਂ ਖਾਣ ਲੱਗਦੀ ਹੈ ਸਿੰਘ ਖੁੱਭ ਕੇ ਉਹ ਵੀ ਮਰ ਜਾਂਦੀ ਹੈ। ਉਧਰੋਂ ਸ਼ਿਕਾਰੀ ਹੁੰਦਾ ਹੈ ਇੱਕ, ਜੋ ਸ਼ਿਕਾਰ ਖੇਡ ਰਿਹਾ ਸੀ 12 ਸਿੰਘਾਂ ਦੇ ਢਿੱਡ 'ਚ ਮਾਰਦਾ ਹੈ। ਦੇਖੋ ਅਕਾਲ ਪੁਰਖ ਵਾਹਿਗੁਰੂ ਦੀ ਰਚਨਾ, ਇੱਕ ਜਲ 'ਚ ਰਹਿਣ ਵਾਲਾ ਜੀਵ, ਇੱਕ ਧਰਤੀ ਤੇ। ਹਜੂਰ ਕਹਿੰਦੇ ਹਨ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਨਾਏ ਸਭ ਕਾਲ ਹੀ ਚਬਾਹੇਂਗੇ। ਭਾਵ ਕਿ ਇੱਕ ਜਲ ਤੇ ਚੱਲ ਰਿਹਾ ਸੀ, ਭਾਵ ਜੋ ਮੱਛੀ ਸੀ, ਇੱਕ ਥਲ ਧਰਤੀ ਤੇ ਹਿਰਨ, ਅਤੇ ਖਾਲਸਾ ਜੀ ਆਕਾਸ਼ ਤੋਂ ਪੰਛੀ ਆਇਆ। ਤਿੰਨੇ ਇੱਕੋ ਸਮੇਂ ਤੇ ਤਿੰਨਾਂ ਦੀ ਮੌਤ ਹੋ ਗਈ। ਹਜੂਰ ਨੇ ਫਰਮਾਇਆ ਸੀ, ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ, ਕਾਲ ਕੇ ਬਨਾਏ ਸਭੇ ਕਾਲ ਹੀ ਚਬਾਏਂਗੇ। ਸਭ ਨਾਸ਼ਵੰਤ ਸਰੀਰ ਹਨ ਇਹ ਧਰਤੀ ਤੇ। ਇਸੇ ਕਰਕੇ ਕਹਿੰਦੇ ਹਨ ਹਰੀ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ, ਛਿਨ ਮਾਤਰ ਵਿੱਚ ਹਰੀ ਕੀ ਕਰ ਸਕਦਾ ਹੈ। ਰਹਾਉ। ਅਤੇ ਵਿਸ਼ਰਾਮ ਦੇ ਕੇ ਜਿਸ ਤਰ੍ਹਾਂ ਹਜੂਰ ਹੁਣ ਫਰਮਾਉਂਦੇ ਹਨ, ਅਤੇ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਤੇਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਘਾਇਆ, ਕਿ ਅਕਾਲ ਪੁਰਖ ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਮਹਾਰਾਜ ਜੀਆਂ ਤੋਂ ਬਲ ਲੈ ਕੇ ਹੀ ਤ੍ਰੇਤੇ ਯੁੱਗ ਵਿੱਚ ਰਾਮਚੰਦਰ ਨੇ ਨਾਲ ਤੀਰਾਂ ਦੇ ਨਾਲ ਜਿਸ ਤਰ੍ਹਾਂ ਰਾਵਣ ਨੂੰ ਮਾਰ ਘੱਤਿਆ ਸੀ, ਤੇਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਉਠਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ। ਭਾਵ ਥੋੜਾ ਸਮਾਂ ਨਹੀਂ, ਕਈ ਯੁੱਗਾਂ ਤੋਂ ਕਈ ਲੱਗੇ ਰਹੇ ਹਨ ਸਾਧ ਸੰਗਤ ਜੀ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਬਾਬਤ ਵੀ ਜ਼ਿਕਰ ਆਉਂਦਾ ਹੈ ਕਿ ਸੰਤੋਖਸਰ ਸਾਹਿਬ ਗੁਰਦੁਆਰਾ ਸਾਹਿਬ ਜੋ ਸ਼੍ਰੀ ਹਰਮੰਦਰ ਸਾਹਿਬ ਜੀਆਂ ਦੇ ਬਿਲਕੁਲ ਨਾਲ ਹੈ, ਅਤੇ ਅੰਮ੍ਰਿਤਸਰ ਸਾਹਿਬ ਜੀਆਂ ਦੇ 5 ਸਰੋਵਰਾਂ ਵਿੱਚੋਂ ਆਉਂਦਾ ਹੈ। ਉਸ ਸਰੋਵਰ ਦੇ ਵਿੱਚ ਜਿਸ ਤਰ੍ਹਾਂ ਸੰਤੋਖਾ ਜੋਗੀ ਬੈਠਾ ਸੀ, ਕਈ ਯੁੱਗਾਂ ਤੋਂ ਬੈਠਾ ਸੀ, ਪਰ ਹਜੂਰ ਦੇ ਦਰਸ਼ਨ ਕਰਦਿਆਂ ਹੀ ਉਸ ਦੀ ਜਿਸ ਤਰ੍ਹਾਂ ਕਲਿਆਣ ਹੋ ਗਈ। ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ, ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ,
ਪਰ ਕਿਨੀ ਤੇਰਾ ਅੰਤ ਨਾ ਪਾਇਆ। ਅਕਾਲ ਪੁਰਖ ਵਾਹਿਗੁਰੂ ਜੀ, ਪਰ ਫਿਰ ਵੀ ਕਿਸੇ ਨੇ ਵੀ ਤੁਹਾਡਾ ਅੰਤ ਨਹੀਂ ਪਾ ਸਕਿਆ, ਕਿਉਂਕਿ ਹਰ ਕੀ ਗਤ ਨਹਿ ਕੋ ਜਾਣੈ। ਅਕਾਲ ਪੁਰਖ ਵਾਹਿਗੁਰੂ ਨੇ ਕੀ ਕਰ ਦੇਣਾ ਹੈ। ਜਿਸ ਤਰ੍ਹਾਂ ਕਈ ਜੰਤਰਾਂ ਦਾ, ਸੈਟਲਾਈਟ ਆਦਿਕ ਜਿੰਨੇ ਵੀ ਜੰਤਰ ਹਨ, ਕਹਿੰਦੇ ਹਨ ਇਹ ਸਾਨੂੰ ਬਚਾ ਲਵੇਗਾ। ਹਜੂਰ ਕਹਿੰਦੇ ਹਨ ਜੰਤਰ ਮੇ ਨਾ ਤੰਤਰ ਮੇ ਨਾ ਮੰਤਰ ਬਾਸੇ ਆਵਈ, ਪੁਰਾਣ ਔ ਕੁਰਾਨ ਨੇਤ ਨੇਤ ਕੈ ਬਤਾਵਈ। ਨਾ ਕਰਮ ਮੈਂ ਨਾ ਧਰਮ ਮੈਂ ਨਾ ਭਰਮ ਮੈਂ ਬਤਾਈਐ, ਅਗੰਜ ਆਦ ਦੇਵ ਹੈ ਕਹੋ ਸੋ ਕੈਸ ਪਾਈਐ। ਹਜੂਰ ਨੂੰ ਜਿਸ ਤਰ੍ਹਾਂ ਪੁੱਛਦੇ ਹਨ, ਹਜੂਰ ਤੁਸੀਂ ਕਹਿੰਦੇ ਹੋ ਨਾ ਕਰਮਾਂ ਵਿੱਚ ਆਉਂਦਾ ਹੈ, ਨਾ ਜੰਤਰਾਂ ਵਿੱਚ ਆਉਂਦਾ ਹੈ, ਨਾ ਮੰਤਰਾਂ ਵਿੱਚ ਆਉਂਦਾ ਹੈ। ਹਜੂਰ ਜੋ ਅਗੰਜ ਭਾਵ ਛੇਦੇ ਤੋਂ ਰਹਿਤ ਹੈ, ਉਹ ਅਕਾਲ ਪੁਰਖ ਵਾਹਿਗੁਰੂ ਨੂੰ ਕਿਸ ਤਰ੍ਹਾਂ ਪਾਇਆ ਜਾਵੇ। ਤਾਂ ਹਜੂਰ ਕਹਿੰਦੇ ਹਨ ਜ਼ਮੀਨ ਜ਼ਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਿ ਦੇਖ ਅਕਾਲ ਪੁਰਖ ਵਾਹਿਗੁਰੂ ਤੋਂ ਇਲਾਵਾ ਕੁਝ ਹੈ ਹੀ ਨਹੀਂ। ਜ਼ਮੀਨ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਕਿ ਹਰ ਇੱਕ ਦੇ ਵਿੱਚ ਰੋਮ ਰੋਮ ਵਸ ਰਹੇ ਨਿਰੰਤਰ। ਕਣ ਕਣ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਿਆ ਹੋਇਆ ਹੈ, ਕਿਸੇ ਵਿੱਚ ਘੱਟ ਨਹੀਂ, ਕਿਸੇ ਵਿੱਚ ਵੱਧ ਨਹੀਂ। ਕਈ ਸੋਚਦੇ ਹਨ ਜਿਹੜੀ ਕੀੜੀ ਵਿੱਚ ਜੋਤ ਜਗਦੀ ਹੈ ਉਹ ਛੋਟੀ ਹੋਊਗੀ, ਹਾਥੀ ਵਿੱਚ ਤਾਂ ਜੋਤ ਵੱਡੀ ਹੋਊਗੀ। ਇਸ ਤਰ੍ਹਾਂ ਨਹੀਂ ਹੁੰਦਾ। ਖਾਲਸਾ ਜੀ ਜੋ ਪ੍ਰਕਾਸ਼ ਹੋਇਆ ਕਰਦਾ ਹੈ, ਚਾਹੇ ਛੋਟੇ ਕਮਰੇ ਵਿੱਚ ਰੱਖ ਦਿੱਤਾ ਜਾਏ, ਚਾਹੇ ਵੱਡੇ ਕਮਰੇ ਵਿੱਚ, ਉਹ ਓਨਾ ਹੀ ਫੈਲਾ ਕਰਦਾ ਹੈ। ਹਜੂਰ ਕਹਿੰਦੇ ਹਨ ਕਿਸੇ ਵਿੱਚ ਘੱਟ ਨਹੀਂ, ਕਿਸੇ ਵਿੱਚ ਵੱਧ ਨਹੀਂ, ਹਰੇਕ ਵਿੱਚ ਹੀ ਓਨਾ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਨਾ ਹਾਨ ਹੈ ਨਾ ਬਾਨ ਹੈ ਸਮਾਨ ਰੂਪ ਜਾਨੀਐ, ਮਕੀਨ ਔ ਮਕਾਨ ਮੈਂ ਅਪਰਮਾਣ ਤੇਜ ਮਾਨੀਐ। ਇਹ ਜੋ ਮਕਾਨ ਹਨ ਤੇਰੇ ਘਰ ਅਤੇ ਘਰਾਂ ਦੇ ਵਸਣ ਵਾਲੇ ਜੋ ਮਕਾਨੀ ਹਨ, ਹਰੇਕ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ ਅਤੇ ਉਸ ਦੀ ਗਤੀ ਨੂੰ ਸਾਧ ਸੰਗਤ ਜੀ ਕੋਈ ਨਹੀਂ ਜਾਣ ਸਕਦਾ। ਨਾ ਹੀ ਕੋਈ ਸੰਤਾਂ ਦੀ ਗਤੀ ਨੂੰ ਜਾਣ ਸਕਦਾ ਹੈ, ਨਾ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਗਤੀ ਨੂੰ, ਅਤੇ ਨਾ ਹੀ ਕੋਈ ਗੁਰੂ ਦੀ ਗਤੀ ਨੂੰ ਜਾਣ ਸਕਦਾ ਹੈ। ਰਹਾਉ ਛਿਨ ਮਹਿ ਰਾਓ ਰੰਕ ਕੋ ਕਰਈ। ਅਤੇ ਖਾਲਸਾ ਜੀ ਛਿਨ ਮਹਿ ਰਾਓ ਰੰਕ ਕੋ ਕਰ ਰਹੀ, ਭਾਵ ਇੱਕ ਛਿਨ ਮਾਤਰ ਦਾ ਸਮਾਂ ਲੱਗਦਾ ਹੈ। ਜੋ ਰਾਓ ਰੰਕ ਕੋ ਕਰ, ਛਿਨ ਮਹਿ ਰਾਓ ਰੰਕ ਕੋ ਕਰੀ, ਕਿ ਜੇ ਕੋਈ ਕੰਗਾਲ ਹੋਵੇ ਉਸ ਨੂੰ ਰਾਜਾ ਬਣਾਉਣ ਵਾਸਤੇ, ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੀ ਸਾਖੀ ਆਉਂਦੀ ਹੈ। ਭਾਈ ਮਰਦਾਨਾ ਜੀ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਛੋਲਿਆਂ ਦੇ ਖੇਤ ਵਿੱਚ ਜਿਸ ਸਮੇਂ ਹਜੂਰ ਜਾਂਦੇ ਹਨ, ਭਾਈ ਮਰਦਾਨਾ ਜੀ ਕਹਿੰਦੇ ਹਨ ਹਜੂਰ ਭੁੱਖ ਲੱਗੀ ਹੈ, ਛੋਲੇ ਛਕ ਲਈਏ ਕੁਝ ਤੋੜ ਕੇ। ਹਜੂਰ ਕਹਿੰਦੇ ਹਨ ਨਾ ਹੀ ਆਪਾਂ ਬੀਜ ਬੋਇਆ ਹੈ, ਨਾ ਹੀ ਇਸ ਦੀ ਰਾਖੀ ਕੀਤੀ ਹੈ, ਆਪਾਂ ਇਸ ਦੇ ਛੋਲੇ ਨਹੀਂ ਛਕ ਸਕਦੇ। ਇੱਥੇ ਬੈਠ, ਆਪ ਹੀ ਕਰਤਾਰ ਸਾਡੇ ਵਾਸਤੇ ਕੁਝ ਭੇਜੇਗਾ। ਥੋੜੇ ਸਮੇਂ ਬਾਅਦ ਖਾਲਸਾ ਜੀ ਇੱਕ ਥੋੜਾ ਕੰਗਾਲ ਬੱਚਾ ਆਉਂਦਾ ਹੈ, ਜਿਸ ਸਮੇਂ ਹਜੂਰ ਦੇ ਪਾਸ ਆਉਂਦਾ ਹੈ, ਛੋਟੀ ਜੀ ਉਮਰ ਦਾ, ਭਾਵ ਜਵਾਨੀ ਦੀ ਉਮਰ ਦਾ, ਅਤੇ ਜਿਸ ਸਮੇਂ ਹਜੂਰ ਨੂੰ ਛੋਲੇ ਆ ਕੇ ਭੇਟ ਕਰਦਾ ਹੈ, ਤਾਂ ਖਾਲਸਾ ਜੀ ਜਦੋਂ ਸਾਧੂ ਵੇਖ ਕੇ ਉਸਨੇ ਛੋਲੇ ਭੇਟ ਕੀਤੇ, ਦੇਖਿਆ ਸੀ ਕੋਈ ਭੁੱਖੇ ਹਨ ਅਤੇ ਅੰਮ੍ਰਿਤ ਵੇਲੇ ਦਾ ਪੱਖ ਲੱਗਾ ਹੋਇਆ ਸੀ, ਤਾਂ ਉਸ ਸਮੇਂ ਖਾਲਸਾ ਜੀ ਜਦੋਂ ਜੋ ਜਵਾਨ ਜਿਹਾ ਮੁੰਡਾ ਸੀ, ਉਹ ਕਹਿੰਦਾ ਹੈ ਹਜੂਰ ਤੁਸੀਂ ਰੁਕੋ, ਮੈਂ ਘਰੋਂ ਆਪ ਜੀਆਂ ਲਈ ਕੁਝ ਹੋਰ ਖਾਣ ਲਈ ਲੈ ਕੇ ਆਉਣਾ ਹਾਂ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਬਚਨ ਕਹੇ ਸੀ, ਨਾਨਕ ਸਿਫਤੀ ਰਜਿਆ ਆਓ ਬੈਠੋ ਸੁਲਤਾਨ। ਮਹਾਰਾਜ ਜੀਆਂ ਨੇ ਕਿਹਾ ਸੀ ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਨਾਲ ਰੱਜੇ ਹੋਏ ਹਾਂ, ਆ ਸੁਲਤਾਨ ਤੂੰ ਸਾਡੇ ਪਾਸ ਬੈਠ। ਹਜੂਰ ਦੇ ਚਰਨਾਂ ਕਮਲਾਂ 'ਚ ਅਰਦਾਸ ਕੀਤੀ, ਹਜੂਰ ਅਸੀਂ ਤਾਂ ਕੰਗਾਲ ਹਾਂ, ਗਰੀਬ ਹਾਂ, ਤੁਸੀਂ ਸਾਨੂੰ ਸੁਲਤਾਨ ਕਿਹਾ। ਹਜੂਰ ਕਹਿੰਦੇ ਹਨ ਕਰਤਾਰ ਨੇ ਕਿਹਾ ਕਹਾਇਆ ਹੈ ਤਾਂ ਅਸੀਂ ਕਹਿ ਦਿੱਤਾ। ਤਾਂ ਜਿਸ ਸਮੇਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਜਿਸ ਨਗਰ ਦੇ ਵਿੱਚ ਜਿਸ ਰਾਜ ਵਿੱਚ ਉਹ ਰਹਿੰਦਾ ਸੀ, ਉਸ ਰਾਜ ਦਾ ਰਾਜਾ ਉਸੇ ਰਾਤੀ ਚੜ੍ਹਾਈ ਕਰ ਜਾਂਦਾ ਹੈ ਅਤੇ ਰਾਜੇ ਦੇ ਅੱਗੋਂ ਕੋਈ ਪੁੱਤਰ ਵੀ ਨਾ ਸੀ। ਜਿਸ ਸਮੇਂ ਖਾਲਸਾ ਜੀ ਜੋ ਉਸ ਸਮੇਂ ਮੰਨਿਆ ਜਾਂਦਾ ਸੀ, ਜੇ ਵਜ਼ੀਰ ਉਸ ਰਾਜ ਗੱਦੀ ਤੇ ਬੈਠ ਕੇ ਰਾਜ ਕਰੇਗਾ ਤਾਂ ਉਹ ਨਰਕਾਂ ਨੂੰ ਜਾਏਗਾ। ਤਾਂ ਵਜ਼ੀਰਾਂ ਨੇ ਮਨੇ ਉਹਨਾਂ ਨੇ ਸੋਚਿਆ ਕਿ ਜੇ ਨਾਲ ਦੇ ਰਾਜੇ ਨੂੰ ਪਤਾ ਲੱਗ ਗਿਆ, ਉਹਨਾਂ ਚੜ੍ਹਾਈ ਕਰ ਦੇਣੀ ਹੈ, ਕਿਉਂਕਿ ਰਾਜੇ ਦਾ ਤਾਂ ਅੱਗੇ ਰਾਜਕੁਮਾਰ ਵੀ ਨਹੀਂ ਹੈਗਾ। ਉਹਨਾਂ ਸੋਚਿਆ ਕਿ ਅੰਮ੍ਰਿਤ ਵੇਲੇ ਜੋ ਵੀ ਇਸ ਨਗਰ ਵਿੱਚ ਪਹਿਲਾ ਪ੍ਰਵੇਸ਼ ਕਰੇਗਾ ਉਸ ਨੂੰ ਇਸ ਰਾਜ ਸਿੰਘਾਸਣ ਤੇ ਬਿਠਾ ਦਿੱਤਾ ਜਾਵੇਗਾ। ਜਿਸ ਸਮੇਂ ਅੰਮ੍ਰਿਤ ਵੇਲੇ ਉਹ ਫਿਰ ਬੱਚਾ ਵਾਪਸ ਆ ਰਿਹਾ ਸੀ, ਤਾਂ ਖਾਲਸਾ ਜੀ ਜਦੋਂ ਉਹ ਅੱਗੇ ਨਗਰ ਵਿੱਚ ਆ ਕੇ ਵੜਿਆ ਤਾਂ ਉਸੇ ਸਮੇਂ ਹੀ ਉਸ ਨੂੰ ਰਾਜ ਤਿਲਕ ਦੇ ਦਿੱਤਾ ਗਿਆ। ਛੈਣੇ ਵੱਜ ਪਏ ਅਤੇ ਖਾਲਸਾ ਜੀ ਜਦੋਂ ਉੱਪਰ ਤਖਤ ਤੇ ਸੱਜਿਆ, ਜਿਸ ਸਮੇਂ ਲੋਕਾਂ ਨੇ ਆਖਿਆ ਵਾਹ ਤੇਰੀ ਕਿਸਮਤ ਬੜੀ ਚੰਗੀ ਹੈ, ਤਾਂ ਉਸ ਸਮੇਂ ਉਸ ਮੁੰਡੇ ਨੇ ਆਖਿਆ
ਕਹਿੰਦਾ ਹੈ ਕਿ ਮੇਰੀ ਕਿਸਮਤ ਨਹੀਂ ਚੰਗੀ। ਉਹ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਕੋਈ ਫਕੀਰ ਹਨ ਜੋ ਹਜੇ ਵੀ ਬਾਹਰ ਬੈਠੇ ਹਨ। ਉਹਨਾਂ ਨੇ ਮੈਨੂੰ ਹਜੇ ਸੂਰਜ ਚੜ੍ਹਿਆ ਵੀ ਨਹੀਂ ਸੀ ਤਾਂ ਉਹਨਾਂ ਦੇ ਬਚਨ ਪਹਿਲਾਂ ਹੀ ਸੱਤ ਹੋ ਗਏ, ਸੂਰਜ ਦੀ ਪਹਿਲੀ ਕਿਰਨ ਚੜ੍ਹਨ ਤੋਂ ਪਹਿਲਾਂ ਹੀ, ਤੇ ਤੁਸੀਂ ਮੈਨੂੰ ਗੱਦੀ ਤੇ ਬਿਠਾ ਦਿੱਤਾ। ਉਹਨਾਂ ਨੇ ਮੈਨੂੰ ਕਿਹਾ ਸੀ ਕਿ ਤੂੰ ਸੁਲਤਾਨ ਹੈ। ਅਤੇ ਖਾਲਸਾ ਜੀ ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਚਨ ਕਹਿ ਰਹੇ ਹਨ, ਛਿਨ ਮਹਿ ਰਾਓ ਰੰਕ ਕੋ ਕਰਈ, ਕਿ ਇੱਕ ਛਿਨ ਦੇ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਜੋ ਰੰਕ ਹੁੰਦੇ ਹਨ, ਕੰਗਾਲ ਹੁੰਦੇ ਹਨ, ਉਹਨਾਂ ਨੂੰ ਰਾਜਾ ਬਣਾ ਦਿੰਦਾ ਹੈ। ਰਾਓ ਰੰਕ ਕਰ ਡਾਰੈ, ਰਾਓ ਰੰਕ ਕਰ ਡਾਰੈ। ਜਿਸ ਤਰ੍ਹਾਂ ਖਾਲਸਾ ਜੀ ਇੱਕ ਸਮਾਂ ਸੀ ਜਦੋਂ ਸ਼ਾਹਜਹਾਨ ਇਸ ਹਿੰਦੁਸਤਾਨ ਤੇ ਰਾਜ ਕਰਦਾ ਸੀ। ਸ਼ਾਹਜਹਾਨ ਨੇ ਜਿਸ ਸਮੇਂ ਧੰਨ ਸ਼੍ਰੀ ਗੁਰੂ ਜੀਆਂ ਦੇ ਗੁਰਸਿੱਖ ਅੰਮ੍ਰਿਤ ਵੇਲੇ ਲਾਹੌਰ ਵਿਖੇ ਗੁਰਬਾਣੀ ਦੀ ਤੁਕ ਉੱਚੀ ਉੱਚੀ ਉਚਾਰ ਰਹੇ ਸੀ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ। ਸਿੰਘ ਜਿਸ ਸਮੇਂ ਇਹ ਬਚਨ ਕਹਿ ਰਿਹਾ ਸੀ ਜੇ ਅਕਾਲ ਪੁਰਖ ਵਾਹਿਗੁਰੂ ਦੀ ਨਦਰ ਭਾਵ ਜੋ ਪਲਟ ਜਾਵੇ, ਤੁਹਾਡੇ ਸਿਰ ਤੋਂ ਉੱਠ ਜਾਵੇ, ਤਾਂ ਜੋ ਪਾਤਸ਼ਾਹ ਬਾਦਸ਼ਾਹ ਹਨ ਉਹ ਵੀ ਖਾਲਸਾ ਜੀ ਘਾਹ ਵੱਢਣ ਲਾ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ। ਜੇ ਦਰ ਦਰ ਤੇ ਮੰਗਣਾ ਪਵੇ ਤਾਂ ਉਹਨਾਂ ਨੂੰ ਭਿੱਖ ਵੀ ਨਹੀਂ ਮਿਲਦੀ। ਤਾਂ ਸ਼ਾਹਜਹਾਨ ਨੇ ਸਿੱਖ ਨੂੰ ਆਖਿਆ, ਇਹ ਕੀ ਪੜੀ ਜਾਂਦਾ ਹੈ, ਏਦਾਂ ਥੋੜੀ ਨਾ ਹੋ ਸਕਦਾ ਹੈ। ਸਿੱਖ ਨੇ ਆਖਿਆ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਹਨ ਜੋ ਤ੍ਰੈ ਕਾਲ ਸਤ ਹਨ। ਅਤੇ ਖਾਲਸਾ ਜੀ ਉਸ ਸਮੇਂ ਸ਼ਾਹਜਹਾਨ ਨੇ ਇਹਨਾਂ ਬਚਨਾਂ ਤੇ ਤਰਕ ਕੀਤੀ ਸੀ ਤੇ ਸਿੱਖ ਨੂੰ ਬੁਰਾ ਭਰਾ ਬੋਲਿਆ। ਅਤੇ ਖਾਲਸਾ ਜੀ ਇੱਕ ਸਮਾਂ ਆਇਆ ਜਦੋਂ ਇਹਦੇ ਹੀ ਪੁੱਤਰ ਨਰੰਗੇ ਨੇ ਇਸ ਨੂੰ ਕੈਦ ਕਰ ਲਿਆ। ਜਿਸ ਸਮੇਂ ਕੈਦ ਵਿੱਚ ਪਾਇਆ ਤਾਂ ਇਹਨੂੰ ਜਿਸ ਸਮੇਂ ਆਗਰੇ ਤੋਂ ਦਿੱਲੀ ਲਿਜਾਇਆ ਜਾ ਰਿਹਾ ਸੀ, ਹਾਥੀ ਦੀ ਅੰਬਾਰੀ ਵਿੱਚ ਇਸ ਨੂੰ ਬਿਠਾਇਆ ਸੀ ਕੈਦ ਕਰਕੇ, ਕਿਉਂਕਿ ਇਹਦਾ ਪੁੱਤਰ ਇਹਨੂੰ ਪਾਣੀ ਤੱਕ ਨਾ ਸੀ ਦਿੰਦਾ, ਖਾਣ ਨੂੰ ਕੋਈ ਨਹੀਂ ਸੀ ਦਿੰਦਾ। ਐਡਾ ਹਿੰਦੁਸਤਾਨ ਦਾ ਬਾਦਸ਼ਾਹ ਸੀ। ਰਸਤੇ ਦੇ ਵਿੱਚ ਇਸ ਨੇ ਜਦੋਂ ਛੋਲਿਆਂ ਦੇ ਜੋ ਦੇਖੇ ਕਿ ਖੇਤ ਹਨ ਤਾਂ ਖਾਲਸਾ ਜੀ ਜੋ ਨਾਲ ਸਿਪਾਹੀ ਸਨ ਉਹਨਾਂ ਨੂੰ ਕਹਿੰਦਾ ਹੈ ਕਿ ਮੈਨੂੰ ਲਘੂ ਕਿਰਿਆ ਕਰਨ ਦਿਓ, ਭਾਵ ਵਾਸ਼ਰੂਮ ਜਾਣ ਦੇਵੋ, ਕਿ ਮੈਂ ਹੁਣੇ ਮੈਨੂੰ ਥੱਲੇ ਤਾਰੋ। ਤਾਂ ਜਦੋਂ ਥੱਲੇ ਤਾਰਿਆ ਲੱਗੀ ਤਾਂ ਭੁੱਖ ਸੀ। ਇੱਕੇ ਦਮ ਜਦੋਂ ਹੱਥ ਘੜੀਆਂ ਲੱਗੀਆਂ ਸੀ, ਛੋਲਿਆਂ ਨੂੰ ਮੂੰਹ ਮਾਰਿਆ, ਮੂੰਹ ਵਿੱਚ ਘਾਹ ਆ ਗਿਆ ਇਹਦੇ। ਤਾਂ ਉਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਸ਼ਾਹਜਹਾਨ ਯਾਦ ਕਰਦਾ ਹੈ, ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਏ ਦਾ, ਭਾਵ ਘਾਹ ਖੋਦਣਾ ਤਾਂ ਕੀ ਸੀ, ਘਾਹ ਖਾਣ ਲਾ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਜੀ। ਦਰ ਮੰਗਣ ਭਿੱਖ ਨਾ ਪਾਏ ਦਾ, ਮੰਗਦਾ ਫਿਰਦਾ ਸੀ ਐਡਾ ਬਾਦਸ਼ਾਹ ਹਿੰਦੁਸਤਾਨ ਦਾ, ਪਰ ਖਾਲਸਾ ਜੀ ਕੋਈ ਉਹਨੂੰ ਭੀਖ ਵੀ ਨਹੀਂ ਦਿੰਦਾ ਸੀ। ਹਜੂਰ ਕਹਿੰਦੇ ਹਨ, ਹਰੀ ਅਕਾਲ ਪੁਰਖ ਦੀ ਵਾਹਿਗੁਰੂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਛਿਨ ਮੈਂ ਰਾਉ ਰੰਕ ਕੋ ਕਰਈ, ਰਾਉ ਰੰਕ ਕਰ ਡਾਰੈ। ਰੀਤੇ ਪਰੇ ਪਰੇ ਸਖ ਨਾਵੈ। ਅਤੇ ਜੋ ਰੀਤੇ ਹਨ, ਜੋ ਖਾਲੀ ਹਨ, ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਭਰ ਦਿੰਦਾ ਹੈ। ਅਤੇ ਖਾਲਸਾ ਜੀ ਜੋ ਭਰੇ ਹੋਏ ਹੁੰਦੇ ਹਨ ਉਹਨਾਂ ਨੂੰ ਖਾਲੀ ਕਰ ਦਿੰਦਾ ਹੈ। ਯਹ ਤਾਕੋ ਵਿਵਹਾਰੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਿਵਹਾਰ ਹੈ, ਕਿਉਂਕਿ ਬੇਪਰਵਾਹ ਹਨ ਹਜੂਰ, ਕੁਝ ਵੀ ਕਰ ਸਕਦੇ ਹਨ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਬਚਨ ਆਉਂਦੇ ਹਨ, ਸੀਹਾਂ ਬਾਜਾ ਚਰਗਾ ਕੁਹੀਆਂ ਇਹਨਾਂ ਖਵਾਲੇ ਘਾਹ, ਘਾਹ ਖਾਨ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹ। ਭਾਵ ਜੋ ਇਹ ਖਾਲਸਾ ਜੀ ਸ਼ੀਹਾਂ ਭਾਵ ਸ਼ੇਰ ਨੂੰ ਕਹਿੰਦੇ ਹਨ, ਬਾਜ ਚਰਗਾ ਕੁਹੀਆਂ ਅੱਗੇ ਇਹਨਾਂ ਦੀਆਂ ਨਸਲਾਂ ਆਉਂਦੀਆਂ ਹਨ। ਹਜੂਰ ਕਹਿੰਦੇ ਹਨ ਜੇ ਅਕਾਲ ਪੁਰਖ ਵਾਹਿਗੁਰੂ ਚਾਵੇ ਤਾਂ ਇਹਨਾਂ ਨੂੰ ਘਾਹ ਖਵਾ ਸਕਦਾ ਹੈ। ਜਿਸ ਤਰ੍ਹਾਂ ਖਾਲਸਾ ਜੀ ਜ਼ਿਕਰ ਆਉਂਦਾ ਹੈ, ਸੁੰਦਰ ਸ਼ਾਹ ਫਕੀਰ ਹੋਇਆ ਹੈ ਜਿਸ ਸਮੇਂ ਬਾਬਾ ਬਿਧੀ ਚੰਦ ਜੀ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਪਾਸੋਂ ਜਦੋਂ ਜਾਂਦੇ ਹਨ ਅਤੇ ਖਾਲਸਾ ਜੀ ਆਪਣੀਆਂ ਸਿੱਧੀਆਂ ਨਾਲ ਜੋ ਸੁੰਦਰ ਸ਼ਾਹ ਫਕੀਰ ਸੀ ਘਾਹ ਖਵਾਉਂਦਾ ਹੁੰਦਾ ਸੀ ਸ਼ੇਰ ਨੂੰ। ਅਤੇ ਖਾਲਸਾ ਜੀ ਜਦੋਂ ਬਾਬਾ ਬਿਧੀ ਚੰਦ ਜੀਆਂ ਨੂੰ ਇਸ ਨੇ ਸ਼ੇਰ ਦੇ ਰਾਹੀਂ ਡਰਾਉਣਾ ਚਾਹਿਆ, ਬਾਬਾ ਬਿਧੀ ਚੰਦ ਨੇ ਜਦੋਂ ਸ਼ੇਰ ਦੀਆਂ ਅੱਖਾਂ ਚੱਖਾਂ ਪਾਈਆਂ, ਸ਼ੇਰ ਦੇ ਹੌਸਲੇ ਪਸਤ ਹੋ ਗਏ। ਬੇਅੰਤ ਇਤਿਹਾਸ ਵਿੱਚ ਜ਼ਿਕਰ ਆਉਂਦੇ ਹਨ ਕਿ ਗੁਰਸਿੱਖ ਅਤੇ ਖਾਲਸਾ ਜੀ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੈ ਕਿ ਸ਼ੇਰਾਂ ਨੂੰ ਵੀ ਘਾਹ ਖਾਣ ਲਾ ਦਿੰਦਾ ਹੈ ਅਤੇ ਘਾਹ ਖਾਣ ਤੇ ਨਾ ਮਾਸ ਖਵਾਲੇ ਇਹੋ ਚਲਾਏ ਰਾਹ। ਅਤੇ ਜੋ ਘਾਹ ਆਦਿਕ ਜਾਨਵਰ ਖਾਂਦੇ ਹਨ, ਗਾਵਾਂ ਬੱਕਰੀਆਂ, ਅਤੇ ਇਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਖਾਲਸਾ ਜੀ ਮਾਸ ਵੀ ਖਵਾ ਸਕਦੇ ਹਨ। ਇਹ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੈ। ਅਤੇ ਨਦੀਆਂ ਵਿੱਚ ਟਿੱਬੈ ਦੇ ਖਾਲੇ ਥਲੀ ਕਰੈ ਅਸਗਾਹ,
ਭਾਵ ਜੋ ਨਦੀਆਂ ਹੋਇਆ ਕਰਦੀਆਂ ਹਨ, ਉਹਨਾਂ ਦੇ ਵਿੱਚ ਜਿਨ੍ਹਾਂ ਦੇ ਵਿੱਚ ਇੰਨੀ ਤਗਿਆਨੀ ਨਾਲ ਜਲ ਵਗਦਾ ਹੈ ਕਿ ਉਹਨਾਂ ਦੇ ਵਿੱਚ ਰੇਤਲੇ ਟਿੱਬੇ ਵਿਖਾ ਦਿੰਦੇ ਹਨ ਹਜੂਰ। ਅਤੇ ਥਲੀ ਕਰੈ ਅਸਗਾਹ, ਭਾਵ ਜੋ ਥਲ ਹੁੰਦੇ ਹਨ ਮਾਰੂ ਥਲ, ਉਹਨਾਂ ਨੂੰ ਖਾਲਸਾ ਜੀ ਨਦੀਆਂ ਬਣਾ ਦਿੰਦੇ ਹਨ। ਬੇਅੰਤ ਵੇਖੇ ਵੀ ਜਾਂਦੇ ਹਨ। ਕਹਿੰਦੇ ਹਨ ਕਿ ਜੋ ਰਾਜਸਥਾਨ ਸੀ ਪਹਿਲਾਂ ਬੜਾ ਵਸਦਾ ਸੀ, ਬੜੇ ਇਹਦੇ ਤੇ ਰੁੱਖ ਹੋਇਆ ਕਰਦੇ ਸਨ, ਅੱਜ ਥਲੀ ਹੋਏ ਪਏ ਹਨ। ਤੇ ਕਈ ਐਸੇ ਧਰਤੀ ਤੇ ਇਲਾਕੇ ਹਨ ਜਿਹੜੇ ਥਲ ਸਨ, ਹੌਲੀ ਹੌਲੀ ਉਹਨਾਂ ਤੇ ਖਾਲਸਾ ਜੀ ਬਨਸਪਤੀ ਉੱਗ ਰਹੀ ਹੈ, ਰੁੱਖ ਉੱਗ ਰਹੇ ਹਨ। ਇਸੇ ਤਰ੍ਹਾਂ ਖਾਲਸਾ ਜੀ ਇਸ ਦਾ ਅੰਤਰੀ ਭਾਵ ਜਾਣਨਾ, ਰੀਤੇ ਭਰੇ ਭਰੇ ਸਖਨਾਵੈ ਯਹ ਤਾਕੋ ਵਿਵਹਾਰੈ। ਜਿਸ ਤਰ੍ਹਾਂ ਖਾਲਸਾ ਜੀ ਜਿਹੜੇ ਹੁੰਦੇ ਹਨ ਬੜੇ ਪ੍ਰੇਮ ਵਾਲੇ, ਜਿਨ੍ਹਾਂ ਦੇ ਵਿੱਚ ਗੁਰਸਿੱਖੀ ਭਾਵ ਕਿ ਸ਼ੁਭ ਗੁਣ ਅਤੇ ਮਹਾਰਾਜ ਜੀਆਂ ਦਾ ਨਾਮ ਕਿ ਹੜ੍ਹ ਵਾਂਗੂ ਚੱਲਦਾ ਹੈ ਦਰਿਆ ਦੀ ਤਗਿਆਨੀ ਨਾਲ, ਉਹਨਾਂ ਦੇ ਵਿੱਚ ਖਾਲਸਾ ਜੀ ਹਜੂਰ ਟਿੱਬੇ ਵਿਖਾ ਦਿੰਦੇ ਹਨ, ਭਾਵ ਨਾਸਤਿਕ ਵੀ ਕਰ ਦਿੰਦੇ ਹਨ। ਅਤੇ ਕਈ ਜਿਹੜੇ ਨਾਸਤਿਕ ਹੁੰਦੇ ਹਨ ਕਹਿੰਦੇ ਹਨ ਇਹਨਾਂ ਨੇ ਕਿੱਥੇ ਜੁੜਨਾ ਸੀ, ਇਹ ਤਾਂ ਕਦੇ ਗੁਰੂ ਘਰੇ ਵੀ ਨਹੀਂ ਗਿਆ। ਅਤੇ ਕਹਿੰਦੇ ਹਨ ਏਡਾ ਜਿੱਡਾ ਪਾਪੀ ਕਿੱਦਾਂ ਤਰ ਸਕਦਾ ਹੈ। ਹਜੂਰ ਦੀ ਗੁਰਬਾਣੀ ਵਿੱਚ ਬੇਅੰਤ ਜ਼ਿਕਰ ਆਉਂਦੇ ਹਨ, ਉਹਨਾਂ ਦੇ ਵਿੱਚ ਗੁਰਸਿੱਖੀ ਨਾਮ ਦਰਿਆ ਵਾਂਗੂ ਚੱਲਣ ਲਾ ਦਿੰਦੇ ਹਨ। ਜਿਸ ਤਰ੍ਹਾਂ ਇੱਕ ਜ਼ਿਕਰ ਆਉਂਦਾ ਹੈ, ਰਾਜਾ ਸ਼ਿਕਾਰ ਖੇਡਣ ਗਿਆ। ਜਿਸ ਸਮੇਂ ਸ਼ਿਕਾਰ ਖੇਡਣ ਗਿਆ ਤੇ ਉਹਦੇ ਜਿਹੜੇ ਨਾਲ ਦੇ ਸੀ ਉਹ ਉਸ ਤੋਂ ਪਿਛੜ ਜਾਂਦੇ ਹਨ, ਮਾਸ਼ਕੀ ਆਦਿਕ ਜੋ ਉਹਨੂੰ ਜਲ ਛਕਾਉਂਦੇ ਸੀ। ਰਾਜਾ ਬੜੀ ਅੱਗੇ ਚਲੇ ਜਾਂਦਾ ਹੈ। ਜੰਗਲ ਦੇ ਵਿੱਚ ਇੱਕ ਮਹਾਤਮਾ ਰਿਹਾ ਕਰਦਾ ਸੀ ਤੇ ਮਹਾਤਮਾ ਦੀ ਜੋ ਕੁੱਲੀ ਸੀ ਉਸ ਦੇ ਵਿੱਚ ਉਸਨੇ ਜਲ ਰੱਖਿਆ ਹੋਇਆ ਸੀ ਪਾਸ, ਜਿੰਦੇ ਤੇ ਬੈਠ ਕੇ ਉਹ ਆਪਣਾ ਭਜਨ ਬੰਦਗੀ ਕਰਿਆ ਕਰਦਾ ਸੀ। ਰਾਜੇ ਨੇ ਦੇਖਿਆ ਕੋਈ ਪਾਸ ਨਹੀਂ ਹੈ, ਜਲ ਦੀ ਪਿਆਸ ਲੱਗੀ ਸੀ। ਕਹਿੰਦਾ ਹੈ ਮੈਂ ਫਿਰ ਇਸ ਦਾ ਜਲ ਭਰਾ ਦਾਂਗਾ ਮਹਾਤਮਾ ਦਾ, ਮੈਂ ਛਕ ਲੈਣਾ ਹਾਂ। ਜਿਸ ਸਮੇਂ ਖਾਲਸਾ ਜੀ ਰਾਜੇ ਨੇ ਉਹ ਜਲ ਛਕ ਲਿਆ ਮਹਾਤਮਾ ਦਾ, ਇੰਨੇ ਚਿਰ ਨੂੰ ਪਿੱਛੋਂ ਉਸ ਦੇ ਮਾਸ਼ਕੀ ਆ ਗਏ ਤਾਂ ਰਾਜੇ ਦਾ ਸੁਗੰਧੀਆਂ ਵਾਲਾ ਜਲ ਕਹਿੰਦੇ ਹਨ ਕਿ ਇਸ ਮਹਾਤਮਾ ਦੀ ਭਾਵ ਇਸ ਦੀ ਝੁੱਗੀ ਦੇ ਵਿੱਚ ਪਾ ਦਿੱਤਾ ਜਾਵੇ ਜਿੱਥੇ ਉਹ ਜਲ ਛਕਦਾ ਸੀ, ਘੜੇ ਦੇ ਵਿੱਚ। ਜਦੋਂ ਰਾਜੇ ਦਾ ਜਲ, ਜਿਸ ਸਮੇਂ ਰਾਜੇ ਦਾ ਜਲ ਉਸ ਮਹਾਤਮਾ ਨੇ ਛਕਿਆ ਅਤੇ ਮਹਾਤਮਾ ਦਾ ਜਲ ਰਾਜੇ ਨੇ ਛਕਿਆ, ਕਿਉਂਕਿ ਖਾਲਸਾ ਜੀ ਮਹਾਤਮਾ ਨੇ ਉਸ ਜਲ ਤੇ ਨਾਮ ਜਪਿਆ ਸੀ, ਉਸ ਨਾਮ ਦਾ ਅਸਰ ਹੋਇਆ। ਜਾਂਦੇ ਜਾਂਦੇ ਰਾਜੇ ਨੂੰ ਵਿਰਾਗ ਹੋ ਗਿਆ। ਰਾਜਾ ਸੋਚਦਾ ਹੈ ਸਾਰੀ ਉਮਰ ਹੀ ਗੁਨਾਹਾਂ ਵਿੱਚ ਮੇਰੀ ਨਿਕਲ ਗਈ ਹੈ, ਇਹ ਰਾਜ ਭੋਗਦਿਆਂ ਹੀ ਦੇਖ ਕੋਈ ਸੁੱਖ ਨਹੀਂ ਆਇਆ। ਦੇਖ ਤੇਰੇ ਤੋਂ ਚੰਗਾ ਮਹਾਤਮਾ ਹੈ, ਜਿੰਦਾ ਜਲ ਪੀਤਿਆਂ ਹੀ ਤੈਨੂੰ ਕਿੰਨੀ ਠੰਡ ਪਈ ਹੈ। ਕਿਉਂ ਨਾ ਹੋਵੇ ਰਾਜ ਭਾਗ ਛੱਡ ਕੇ ਹੁਣ ਤੂੰ ਵੀ ਇਹਦੇ ਵਾਂਗੂ ਭਗਤੀ ਕਰਿਆ ਕਰ। ਉਧਰ ਜਿਹੜਾ ਮਹਾਤਮਾ ਸੀ ਉਸਨੇ ਜਦੋਂ ਆ ਕੇ ਉਹ ਸੁਗੰਧੀਆਂ ਵਾਲਾ ਜਲ ਛਕਿਆ, ਮਹਾਤਮਾ ਸੋਚਦਾ ਹੈ ਦੇਖ ਕਿੰਨਾ ਸਮਾਂ ਹੋ ਗਿਆ ਤੈਨੂੰ ਨਾਮ ਜਪਦੇ ਹੋਏ ਨੂੰ, ਉਹੀ ਗਲ ਦੇ ਵਿੱਚ ਤੂੰ ਭਾਵ ਖੂੰਡੀ ਜੀ ਪਾਈ ਫਿਰਦਾ ਹੈ, ਹੱਥ ਵਿੱਚ ਮਾਲਾ ਫੜੀ ਹੈ, ਕੀ ਫਾਇਦਾ ਹੈ। ਰਾਜੇ ਲੋਕ ਦੇਖ ਕਿੰਨਾ ਸੋਹਣਾ ਚੀਜ਼ਾਂ ਛਕਦੇ ਹਨ, ਇੰਨੇ ਪਦਾਰਥ ਹੁੰਦੇ ਹਨ, ਸੁੱਖ ਭੋਗਦੇ ਹਨ। ਤਾਂ ਖਾਲਸਾ ਜੀ ਦੋਨਾਂ ਦਾ ਹੀ ਮਨ ਪਲਟ ਗਿਆ। ਤਾਂ ਜਿਸ ਸਮੇਂ ਰਾਜਾ ਸਭ ਰਾਜ ਭਾਗ ਛੱਡ ਕੇ ਜਦੋਂ ਮਹਾਤਮਾ ਜੀ ਪਾਸ ਆਇਆ, ਕਹਿੰਦਾ ਹੈ ਮਹਾਰਾਜ ਮੈਨੂੰ ਉਪਦੇਸ਼ ਦਵੋ। ਰਾਜਾ ਉਹ ਮਹਾਤਮਾ ਕਹਿੰਦਾ ਮੈਨੂੰ ਗੁਰੂ ਧਾਰਦਾ ਹੈ। ਉਹ ਰਾਜਾ ਕਹਿੰਦਾ ਧਾਰਦਾ ਹਾਂ ਜੀ। ਕਹਿੰਦਾ ਹੈ ਫਿਰ ਗੁਰੂ ਦਕਸ਼ਣਾ ਵੀ ਦੇ। ਤਾਂ ਖਾਲਸਾ ਜੀ ਉਸ ਸਮੇਂ ਗੁਰੂ ਦਕਸ਼ਣਾ ਚ ਮਹਾਤਮਾ ਮੰਗਦਾ ਹੈ ਮੈਨੂੰ ਰਾਜ ਦੇ ਦੇ। ਰਾਜਾ ਕਹਿੰਦਾ ਹੈ ਤੁਹਾਨੂੰ ਦੇ ਦਿੱਤਾ। ਤਾਂ ਖਾਲਸਾ ਜੀ ਐਸੀ ਹਾਲਤ ਹੋ ਜਾਂਦੀ ਹੈ ਜਿਸ ਤਰ੍ਹਾਂ ਹਜੂਰ ਕਹਿ ਰਹੇ ਹਨ, ਨਦੀਆਂ ਵਿੱਚ ਟਿੱਬੈ ਦੇ ਖਾਲੇ ਥਰੀ ਕਰੈ ਅਸਗਾਹ, ਭਾਵ ਕਦੇ ਮਾਣ ਨਹੀਂ ਕਰਨਾ ਚਾਹੀਦਾ। ਨਦੀਆਂ ਦੇ ਵਿੱਚ ਭਾਵ ਜਿਨ੍ਹਾਂ ਦੇ ਵਿੱਚ ਨਾਮ ਚੱਲਦਾ ਹੈ ਉਹਨਾਂ ਦੇ ਵਿੱਚ ਹਜੂਰ ਮਾਰੂਥਲ ਕਰ ਦਿੰਦੇ ਹਨ, ਅਤੇ ਜੋ ਮਾਰੂਥਲ ਵਰਗੇ ਹਿਰਦੇ ਸਨ ਉਹਨਾਂ ਦੇ ਵਿੱਚ ਹਜੂਰ ਇਸ ਤਰ੍ਹਾਂ ਨਾਮ ਦਾ ਜਲ ਚੱਲਣ ਲਾ ਦਿੰਦੇ ਹਨ। ਇਸੇ ਕਰਕੇ ਪ੍ਰੇਮ ਵਾਲੇ ਗੁਰਸਿੱਖ ਬ੍ਰਹਮ ਗਿਆਨੀ ਸੰਤ ਮਹਾਤਮਾ ਸੰਗਤਾਂ ਦੀ ਚਰਨਾਂ ਦੀ ਧੂੜੀ ਹੋਏ ਰਹਿੰਦੇ ਹਨ, ਪੁਨः ਪੁਨः ਅਰਦਾਸਾਂ ਕਰਦੇ ਹਨ, ਹਜੂਰ ਸਾਰੀਆਂ ਵਸਤੂਆਂ ਤੁਹਾਡੀਆਂ ਹਨ, ਜੇ ਆਪ ਜੀਆਂ ਨੇ ਬਖਸ਼ੀਆਂ ਹਨ ਤਾਂ ਖੋ ਵੀ ਸਕਦੇ ਹੋ। ਹਜੂਰ ਕਿਰਪਾ ਕਰੋ ਇਸੇ ਤਰ੍ਹਾਂ ਛਿਨ ਮਹਿ ਰਾਓ। ਛਿਨ ਮਹਿ ਰਾਓ ਰੰਕ ਕੋ ਕਰਈ। ਅਤੇ ਖਾਲਸਾ ਜੀ ਛਿਨ ਮਹਿ ਰਾਓ ਰੰਕ ਕੋ ਕਰ ਰਹੀ, ਰੰਕਾਂ ਦੀ ਨਿਆਈ ਭਾਵ ਜੋ ਨਿਮਰਤਾ ਧਾਰ ਲੈਂਦੇ ਹਨ। ਕਹਿੰਦੇ ਹਨ ਮਹਾਰਾਜ ਜੀ ਅਸੀਂ ਸਾਰਿਆਂ ਦੀ ਚਰਨਾਂ ਦੀ ਧੂੜ ਹਾਂ। ਜਿਸ ਤਰ੍ਹਾਂ ਗੁਰਸਿੱਖ ਹਰੇਕ ਗੁਰਸਿੱਖ ਦੇ ਭਾਵ ਚਰਨਾਂ ਨੂੰ ਹੀ ਭਾਵ ਨੀਵੇਂ ਮੰਨਦੇ ਹਨ, ਜਿਸ ਤਰ੍ਹਾਂ ਖਾਲਸਾ ਜੀ ਜੇ ਗੁਰਸਿੱਖਾਂ ਦਾ ਜੀਵਨ ਪੜ੍ਹਨਾ ਹੋਵੇ ਧੰਨ ਭਾਈ ਗੁਰਦਾਸ ਜੀਆਂ ਨੂੰ ਪੜ੍ਹਨਾ ਚਾਹੀਦਾ ਹੈ। ਜਿਸ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਹਨ ਗੁਰਸਿੱਖੀ ਦੀ ਇਹ ਨਿਸ਼ਾਨੀ, ਜਿਸ ਤਰ੍ਹਾਂ ਧਰਤੀ ਦੇ ਹੇਠਾਂ ਜਲ ਹੈ ਅਤੇ ਖਾਲਸਾ ਜੀ ਜਿਸ ਤਰ੍ਹਾਂ ਧਰਤੀ
ਪੈਰਾਂ ਥੱਲੇ ਹੈ, ਧਰਤੀ ਪੈਰਾਂ ਹੇਠ ਹੈ। ਅਤੇ ਖਾਲਸਾ ਜੀ ਇੰਨੀ ਨਿਮਰਤਾ ਧਰਤੀ ਦੇ ਵਿੱਚ ਹੈ, ਪਰ ਧਰਤੀ ਤੋਂ ਥੜਾ ਜਿਹੜਾ ਜਲ ਹੈ ਉਹਦੇ ਵਿੱਚ ਉਦੋਂ ਜ਼ਿਆਦਾ ਨਿਮਰਤਾ ਹੈ। ਭਾਈ ਗੁਰਦਾਸ ਜੀ ਕਹਿੰਦੇ ਹਨ, ਗੁਰਸਿੱਖ ਇਸ ਤੋਂ ਵੀ ਥੱਲੇ ਵੱਸਦੇ ਹਨ। ਇਹ ਗੁਰਸਿੱਖਾਂ ਦੀ ਨਿਸ਼ਾਨੀ ਹੈ ਜੇ ਤੂੰ ਆਪਣੇ ਆਪ ਨੂੰ ਗੁਰਸਿੱਖ ਕਹਿੰਦਾ ਹੈ। ਹਜੂਰ ਫਰਮਾ ਰਹੇ ਹਨ, ਛਿਨ ਮੈਂ ਰਾਓ ਰੰਕ ਕੋ ਕਰਈ। ਜਿਹੜਾ ਕੰਗਾਲ ਹੋ ਕੇ ਹਜੂਰ ਦੇ ਚਰਨਾਂ ਵਿੱਚ ਢਹਿ ਪੈਂਦਾ ਹੈ, ਹਜੂਰ ਉਸ ਨੂੰ ਜਿਸ ਤਰ੍ਹਾਂ ਸਰੂਪ ਮਹਾਰਾਜ ਜੀ ਆਪਣਾ ਭਾਵ ਰੂਪ ਵਿਖਾ ਦਿੰਦੇ ਹਨ, ਹਜੂਰ ਉਸ ਵਿੱਚ ਸ਼ੁਭ ਗੁਣ ਭਰ ਦਿੰਦੇ ਹਨ ਅਤੇ ਖਾਲਸਾ ਜੀ ਬੰਦਗੀ ਵਿੱਚ ਜੋੜ ਕੇ ਉਸ ਨੂੰ ਰਾਜਾ ਬਣਾ ਦਿੰਦੇ ਹਨ। ਰਾਓ ਰੰਕ ਕਰ ਡਾਰੇ। ਅਤੇ ਜੋ ਖਾਲਸਾ ਜੀ ਰਾਓ ਦੀ ਨਿਆਈ ਭਾਵ ਜੋ ਆਪਣੇ ਆਪ ਨੂੰ ਰਾਜਾ ਸਮਝਦੇ ਸਨ ਕਿ ਅਸੀਂ ਤਾਂ ਬੜੇ ਵੱਡੇ ਰਾਜੇ ਹਾਂ, ਕਿਉਂਕਿ ਖਾਲਸਾ ਜੀ ਜੇ ਕਈ ਵਿਦਿਆ ਪੜ੍ਹ ਕੇ ਬੜਾ ਕਥਨ ਕਰਦੇ ਹਨ। ਜੇ ਕਿਸੇ ਨੂੰ ਹੰਕਾਰ ਹੋਵੇ ਕਿ ਮੇਰੇ ਤਾਂ ਬਰਾਬਰ ਕੋਈ ਹੈ ਹੀ ਨਹੀਂ, ਜਿੰਨਾ ਸੋਹਣਾ ਮੈਂ ਹਾਂ ਜਾਂ ਜਿੰਨਾ ਬਲ ਮੇਰੇ ਵਿੱਚ ਹੈ, ਅਤੇ ਕਈ ਵਾਰ ਵਿਦਿਆ ਦਾ ਹੰਕਾਰ ਹੋ ਜਾਂਦਾ ਹੈ। ਜਿਸ ਤਰ੍ਹਾਂ ਹਜੂਰ ਦੇ ਪਿੱਛੇ ਬਚਨ ਆ ਰਹੇ ਸੀ, ਵੇਦ ਪੁਰਾਣ ਪੜ੍ਹੇ ਕੋ ਇਹ ਗੁਣ, ਸਿਮਰੈ ਹਰਿ ਕੋ ਨਾਮਾ। ਇਹ ਵਿਦਿਆ ਪੜ੍ਹੀ ਦਾ ਗੁਣ ਤਾਂ ਇਹੋ ਹੀ ਸੀ, ਜੇ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪਣ ਲੱਗ ਜਾਂਦਾ। ਤੂੰ ਤਾਂ ਕਹਿੰਦਾ ਹੈ ਮੈਂ 500 ਸਭਾਵਾਂ ਜਿੱਤੀਆਂ ਹਨ, ਇੱਕ ਸਭਾ ਜਿੱਤਣ ਦਾ ਮੈਂ 500 ਲੈਂਦਾ ਹਾਂ। ਅਤੇ ਖਾਲਸਾ ਜੀ ਹਜੂਰ ਕਹਿੰਦੇ ਹਨ, ਰਾਓ ਰੰਕ ਕਰ ਡਾਰੈ। ਮੱਤ ਮਾਰ ਦਿੰਦਾ ਹੈ ਹਜੂਰ। ਕਈ ਖਾਲਸਾ ਜੀ ਆਪਣੇ ਘਰਾਂ ਦਾ ਮਾਣ ਕਰਦੇ ਹਨ ਅਤੇ ਕਈ ਕਿੱਡੀ ਪ੍ਰਾਪਰਟੀ ਦਾ ਕਿ ਇਹ ਤਾਂ ਮੇਰੀਆਂ ਹਨ, ਮੇਰੇ ਨਾਲ ਹੀ ਜਾਣਗੀਆਂ। ਤਾਂ ਖਾਲਸਾ ਜੀ ਪਤਾ ਨਹੀਂ ਲੱਗਦਾ ਕਿੱਧਰ ਨੂੰ ਚਲੇ ਗਈਆਂ। ਹਜੂਰ ਕਹਿੰਦੇ ਹਨ, ਰਾਓ ਰੰਕ ਕਰ ਡਾਰੈ। ਇਹ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਹੈ ਕਿ ਜਿਨ੍ਹਾਂ ਦੇ ਵਿੱਚ ਖਾਲਸਾ ਜੀ ਮਾਣ ਹੋਵੇ ਚੰਗੇ ਗੁਣਾਂ ਦਾ, ਉਹਨਾਂ ਦੇ ਵਿੱਚ ਵਿਸ਼ੇ ਵੀ ਭਰ ਸਕਦਾ ਹੈ। ਰੀਤੇ ਭਰੇ ਭਰੇ ਸਖ ਨਾਵੈ। ਰੀਤੇ ਭਰੇ ਭਰੇ ਸਖ ਨਾਵੈ। ਜਿਨ੍ਹਾਂ ਦੇ ਵਿੱਚ ਕੋਈ ਸ਼ੁਭ ਗੁਣ ਨਹੀਂ ਸੀ, ਭਾਵ ਜਿਨ੍ਹਾਂ ਨੂੰ ਦੇਖਦੇ ਵੀ ਲੋਕ ਕਹਿੰਦੇ ਸੀ ਇਹ ਪਾਪੀ ਦੇ ਕਿੱਥੋਂ ਦਰਸ਼ਨ ਹੋ ਗਏ, ਅਤੇ ਖਾਲਸਾ ਜੀ ਉਹਨਾਂ ਨੂੰ ਭਾਵ ਭਰ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ ਸ਼ੁਭ ਗੁਣਾਂ ਦੇ ਨਾਲ। ਸਾਰੀ ਦੁਨੀਆ ਉਹਨਾਂ ਦੇ ਚਰਨਾਂ ਤੇ ਝੁਕ ਜਾਂਦੀ ਹੈ। ਬਾਬਾ ਜੀ, ਗਿਆਨੀ ਜੀ ਇਤ ਆਦਿਕ ਹੁੰਦੇ ਹਨ ਅਤੇ ਖਾਲਸਾ ਜੀ ਜਿਨ੍ਹਾਂ ਨੂੰ ਮਾਣ ਹੋ ਜਾਂਦਾ ਹੈ, ਭਰੇ ਹਾਂ ਕਿ ਬੜਾ ਮੈਨੂੰ ਤਾਂ ਗਿਆਨ ਹੈ, ਮੈਨੂੰ ਤਾਂ ਬੋਲਣਾ ਹੀ ਬੜਾ ਚੰਗਾ ਆਉਂਦਾ ਹੈ। ਜਦੋਂ ਮੈਂ ਬੋਲਦਾ ਹਾਂ ਸਾਰੇ ਚੁੱਪ ਹੋ ਜਾਂਦੇ ਹਨ। ਮਹਾਰਾਜ ਜੀ ਕਹਿੰਦੇ ਹਨ, ਸਖਨਾਵੈ ਭਾਵ ਖਾਲੀ ਕਰ ਦਿੰਦਾ ਹੈ ਅਕਾਲ ਪੁਰਖ ਵਾਹਿਗੁਰੂ। ਗੁਰਸਿੱਖੋ ਯਹ ਤਾ ਕੋ ਵਿਵਹਾਰ ਹੈ। ਇਹ ਅਕਾਲ ਪੁਰਖ ਵਾਹਿਗੁਰੂ ਦਾ ਇਹੀ ਵਿਵਹਾਰ ਹੈ, ਭਾਵ ਮੁੱਢ ਕਦੀਮੀ ਤੋਂ ਹੀ ਖਾਲਸਾ ਜੀ ਜਿਸ ਤਰ੍ਹਾਂ ਮੰਨਿਆ ਜਾਂਦਾ ਹੈ। ਇਸੇ ਕਰਕੇ ਜਿਸ ਤਰ੍ਹਾਂ ਖਾਲਸਾ ਜੀ ਹਜੂਰ ਦੇ ਪਿੱਛੇ ਵੀ ਬਚਨ ਆਏ ਸੀ ਕਿ ਨਾਹਨ ਗੁਣ ਨਾਹਨ ਕਛ ਵਿਦਿਆ, ਧਰਮ ਕੌਣ ਗਜ ਕੀਨਾ, ਨਾਨਕ ਬਿਰਦ ਰਾਮ ਕਾ ਦੇਖੋ ਅਭੈ ਦਾਨ ਤਿਨ ਦੀਨਾ। ਭਾਵ ਵਾਹਿਗੁਰੂ ਕਿ ਨਾ ਹੀ ਹਾਥੀ ਨੇ ਕੁਝ ਵਿਦਿਆ ਪੜ੍ਹੀ ਸੀ ਅਤੇ ਨਾ ਹੀ ਕੁਝ ਖਾਲਸਾ ਜੀ ਉਹਦੇ ਵਿੱਚ ਗੁਣ ਸੀ। ਅਕਾਲ ਪੁਰਖ ਵਾਹਿਗੁਰੂ ਨੇ ਚਾਹਿਆ ਤਾਂ ਉਸ ਨੂੰ ਅਭੈ ਭਾਵ ਐਡਾ ਬ੍ਰਹਮ ਗਿਆਨ ਦੇ ਦਿੱਤਾ। ਬੇਅੰਤ ਇਤਿਹਾਸ ਵਿੱਚ ਜ਼ਿਕਰ ਆਉਂਦੇ ਹਨ ਕਿ ਜਿਸ ਤਰ੍ਹਾਂ ਖਾਲਸਾ ਜੀ ਛੱਜੂ ਝੂਰ ਨੂੰ ਕੋਈ ਵਿਦਿਆ ਨਹੀਂ ਉਸਨੇ ਪੜ੍ਹੀ ਸੀ, ਕੁਛ ਨਹੀਂ ਉਸਨੇ ਕੀਤਾ ਸੀ, ਨਾ ਹੀ ਕਦੇ ਜਪ ਤਪ ਕੀਤਾ ਸੀ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਸੀ ਕਿ ਉਸ ਦੀ ਸੀਸ ਤੇ ਛਟੀ ਰੱਖ ਕੇ ਉਸ ਤੋਂ ਗੀਤਾ ਦੇ ਅਰਥ ਕਰਾ ਦਿੱਤੇ। ਇਸੇ ਤਰ੍ਹਾਂ ਹਜੂਰ ਕਹਿ ਰਹੇ ਹਨ, ਜਿਸ ਤਰ੍ਹਾਂ ਭਗਤ ਰਵਿਦਾਸ ਜੀ ਵੀ ਕਹਿੰਦੇ ਹਨ, ਐਸੇ ਦੁਰਮਤ ਨਿਸਤਰੇ। ਜਿਸ ਤਰ੍ਹਾਂ ਗਨਕਾ ਤਰ ਗਈ, ਅਜਾਮਲ ਪਾਪੀ ਤਰ ਗਿਆ, ਐਡੇ ਏਡੇ ਵੱਡੇ ਜੋ ਖੋਟੀ ਬੁੱਧੀ ਵਾਲੇ ਸੀ ਤਰ ਗਏ। ਤੂੰ ਕਿਉਂ ਨਾ ਤਰਹਿ ਰਵਿਦਾਸ। ਹੇ ਰਵਿਦਾਸ ਤੂੰ ਕਿਉਂ ਨਾ ਤਰੇਂਗਾ। ਅਕਾਲ ਪੁਰਖ ਵਾਹਿਗੁਰੂ ਤੇ ਤੂੰ ਭਰੋਸਾ ਰੱਖ। ਕਿਤੇ ਖਾਲਸਾ ਜੀ ਜੇ ਕਮੀ ਹੈ, ਕਮੀ ਤਾਂ ਆਪਣੇ ਵਿੱਚ ਹੈ। ਹਜੂਰ ਤਾਂ ਅੱਜ ਵੀ ਖਾਲਸਾ ਜੀ ਬ੍ਰਹਮ ਗਿਆਨ ਦਾ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਹਨ। ਆਪਣੀ ਮਾਇਆ ਆਪ ਪਸਾਰੀ। ਆਪਣੀ ਮਾਇਆ ਆਪ ਪਸਾਰੀ। ਜੋ ਇਹ ਖਾਲਸਾ ਜੀ ਮਾਇਆ ਹੈ, ਇਹ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਪਸਾਰੀ ਹੋਈ ਹੈ। ਇਹ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੀ ਰੂਪ ਹੈ। ਆਪੇ ਦੇਖਨ ਹਾਰਾ। ਆਪੇ ਦੇਖਨ ਹਾਰਾ। ਜਿਸ ਤਰ੍ਹਾਂ ਖਾਲਸਾ ਜੀ ਆਪ ਹੀ ਦੇਖਦਾ ਹੈ, ਫਿਰ ਇਹ ਤਾਂ ਉਸ ਦੇ ਚੋਜ ਹਨ। ਜੋ ਸੁਪਨਾ ਅਰ ਪੇਖਣਾ ਤੈਸੇ ਜਗ ਕੋ ਜਾਨ। ਭਾਵ ਸੁਪਨੇ ਦੀ ਨਿਆਈ ਹੈ। ਤੇ ਇਸੇ ਤਰ੍ਹਾਂ ਹਜੂਰ ਜਿਸ ਤਰ੍ਹਾਂ ਆਪੇ ਖੜਾਉਂਦੇ ਹਨ, ਬੇਅੰਤ ਖਾਲਸਾ ਜੀ ਜ਼ਿਕਰ ਆਉਂਦੇ ਹਨ ਕਿ ਜਿਸ ਤਰ੍ਹਾਂ ਰਜੋ ਤਮੋ ਸਤੋ ਇਹ ਤਿੰਨ ਮਾਇਆ ਦੇ ਗੁਣ ਮੰਨੇ ਜਾਂਦੇ ਹਨ। ਸਤੋ ਗੁਣੀ ਦੇਵਤੇ ਬਣਾ ਦਿੱਤੇ ਹਨ, ਰਜੋ ਗੁਣੀ ਮਨੁੱਖ ਬਣਾ ਦਿੱਤੇ ਹਨ ਅਤੇ ਤਮੋ ਗੁਣੀ
ਪੰਛੀ ਬਣਾ ਦਿੱਤੇ ਹਨ। ਬੜਾ ਵੱਡਾ ਇਹ ਵੀ ਕਨਸੈਪਟ ਹੈ। ਹਜੂਰ ਕਹਿ ਰਹੇ ਹਨ ਇਹ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਾਇਆ ਹੈ ਅਤੇ ਆਪ ਹੀ ਇਸ ਨੂੰ ਚਲਾ ਰਿਹਾ ਹੈ। ਆਪਹਿ ਦੇਖਨ ਹਾਰਾ। ਅਤੇ ਖਾਲਸਾ ਜੀ ਆਪ ਹੀ ਇਸ ਨੂੰ ਦੇਖਣ ਹਾਰਾ। ਜਿਸ ਤਰ੍ਹਾਂ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੇ ਕੂਪ ਗੁਬਾਰ ਪਰਿਓ ਹੈ। ਆਪ ਹੀ ਅਕਾਲ ਪੁਰਖ ਵਾਹਿਗੁਰੂ ਇਹ ਰੰਗ ਬਿਰੰਗੀ ਮਾਇਆ ਬਣਾ ਕੇ ਮੋਹ ਦੇ ਕੂਪ ਭਾਵ ਖੂਹ ਵਿੱਚ ਸੁੱਟ ਦਿੰਦਾ ਹੈ। ਜਿਸ ਤਰ੍ਹਾਂ ਬੇਅੰਤ ਖਾਲਸਾ ਜੀ ਇਹ ਸੰਸਾਰੀ ਚੀਜ਼ਾਂ ਸੁੱਖ ਦਿੰਦੀਆਂ ਹਨ, ਕਿਉਂਕਿ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਭਾਣੇ ਵਿੱਚ ਹੀ ਹੁੰਦਾ ਹੈ। ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੇ ਕੂਪ ਗੁਬਾਰ ਪਰਿਓ ਹੈ। ਏਤਾ ਗੱਭ ਆਕਾਸ਼ ਨਾ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ। ਦਹਿ ਦਿਸ ਧਾਏ ਮਹਾ ਬਿਖਿਆ ਕੋ ਪਰ ਧਨ ਸ਼ੀਨ ਅਗਿਆਨ ਹਰਿਓ ਹੈ। ਜੋਬਨ ਬੀਤ ਜਰਾ ਰੋਗ ਗ੍ਰਸਿਓ ਜਮ ਦੂਤਨ ਧਨ ਮਿਰਤ ਮਰਿਓ ਹੈ। ਭਾਵ ਹਜੂਰ ਕਹਿੰਦੇ ਹਨ ਜਿਸ ਤਰ੍ਹਾਂ ਦੇਖ ਇਹ ਅਕਾਲ ਪੁਰਖ ਵਾਹਿਗੁਰੂ ਦੀ ਹੀ ਮਾਇਆ ਹੈ, ਪਰ ਗੁਰਮੁਖ ਇਸ ਮਾਇਆ ਦੇ ਵਿੱਚ ਹੀ ਉਦਾਸੀ ਕਰਦੇ ਹਨ। ਉਹ ਜਾਣ ਲੈਂਦੇ ਹਨ ਕਿ ਜਿਹੜਾ ਸੀਸ ਆਕਾਸ਼ ਤਿੱਕਰ ਨਾ ਸੀ ਮਿਆਉਂਦਾ, ਭਾਵ ਕਹਿੰਦਾ ਹੈ ਕੌਣ ਹੈ ਮੇਰੇ ਥੱਲੇ। ਅਤੇ ਖਾਲਸਾ ਜੀ ਛਿਨ ਮੈਂ ਰਾਓ ਰੰਕ ਕੋ ਕਰਈ। ਜਿਸ ਤਰ੍ਹਾਂ ਅੱਜ ਕੱਲ ਦੇ ਜਿਹੜੇ ਬਾਦਸ਼ਾਹ ਲੋਕ ਹਨ ਅਤੇ ਖਾਲਸਾ ਜੀ ਕਿੱਥੇ ਮਿਆਉਂਦੇ ਹਨ, ਗਰੀਬਾਂ ਤੇ ਅਤਿਆਚਾਰ ਕਰਦੇ ਹਨ। ਹਜੂਰ ਕਹਿੰਦੇ ਹਨ ਇਹ ਅਕਾਲ ਪੁਰਖ ਵਾਹਿਗੁਰੂ ਦੀ ਸਭ ਮਾਇਆ ਹੈ। ਮਿੰਟ ਦੇ ਵਿੱਚ ਉਹਨਾਂ ਨੂੰ ਰੰਕ ਕਰ ਸਕਦਾ ਹੈ ਜੇ ਕੋਈ ਅਹੁਦਿਆਂ ਦਾ ਮਾਣ ਕਰਦਾ ਹੈ ਅਤੇ ਜੇ ਕੋਈ ਗਰੀਬ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ। ਜਿਸ ਤਰ੍ਹਾਂ ਕੀੜੇ ਨੂੰ ਪਾਤਸ਼ਾਹੀ ਥਾਪ ਦਿੰਦਾ ਹੈ। ਪ੍ਰਤੱਖ ਜਿਸ ਤਰ੍ਹਾਂ ਖਾਲਸਾ ਜੀ ਕਹਿੰਦੇ ਹਨ ਕੋਵਿਡ ਦਾ ਜੋ ਵਾਇਰਸ ਹੈ ਇਹ ਲੈਬ ਦੇ ਵਿੱਚ ਵੀ ਨਹੀਂ ਦਿਖਦਾ, ਛੋਟਾ ਜਿਹਾ ਕੀੜਾ ਹੈ। ਭਾਵ ਕਿੰਨਾ ਲਸ਼ਕਰ ਕਿੰਨੇ ਆਦਿਕ ਮੌਤਾਂ ਹੋਈਆਂ ਹਨ। ਇਹ ਤਾਂ ਹਜੂਰ ਦੀ ਮੌਜ ਹੈ, ਕਿਸ ਨੂੰ ਵੀ ਪਾਤਸ਼ਾਹੀ ਥਾਪ ਦਵੇ। ਜੇਤੇ ਜੀਵਹਿ ਲੈ ਸਾਹਾ। ਆਪਾਂ ਤਾਂ ਦੇਖਦੇ ਹਾਂ ਨਾ ਸਾਰੇ ਸਾਹ ਲੈ ਕੇ ਜੀਂਦੇ ਹਨ, ਪਰ ਜੀਵਾਲੇ ਤਾਂ ਕਿ ਅਸਾਹ ਕਿ ਜੇ ਬਿਨੇ ਆ ਸਾਹ ਹੁੰਦਾ ਹੈ ਸਾਹਾਂ ਤੋਂ ਬਿਨਾ। ਜੇ ਸਾਹਾਂ ਤੋਂ ਬਿਨਾ ਅਕਾਲ ਪੁਰਖ ਵਾਹਿਗੁਰੂ ਕਿਸ ਜਿੰਦਾ ਰੱਖ ਸਕਦਾ ਹੈ, ਇਉਂਦੇ ਲਈ ਕੋਈ ਅਚਰਜ ਚੀਜ਼ ਨਹੀਂ ਹੈ। ਹਜੂਰ ਦੱਸ ਰਹੇ ਹਨ ਸਿੱਖੋ ਹਰ ਕੀ ਗਤ ਨਹਿ ਕੋਊ ਜਾਣੈ। ਅਤੇ ਖਾਲਸਾ ਜੀ ਬੇਅੰਤ ਜ਼ਿਕਰ ਆਉਂਦੇ ਹਨ। ਸੁਰਾਂਕ ਰਾਜਾ ਹੋਇਆ ਹੈ, ਜਿਸ ਤਰ੍ਹਾਂ ਮਹਾਂਭਾਰਤ ਦਾ ਜ਼ਿਕਰ ਆਉਂਦਾ ਹੈ। ਜਿਸ ਸਮੇਂ ਕ੍ਰਿਸ਼ਨ ਜੀ ਦੇਖਦੇ ਹਨ ਕਿ ਇਹ ਜੋ ਸੁਆਂਕ ਰਾਜਾ ਸੀ ਕਹਿੰਦਾ ਸੀ ਕਿ ਮੈਂ ਉਸ ਦੇ ਵੱਲ ਹੋਣਾ ਹੈ ਜੋ ਮੈਨੂੰ ਦਿਖਿਆ ਕਿ ਯੁੱਧ ਦੇ ਵਿੱਚ ਮਹਾਂਭਾਰਤ ਵਿੱਚ ਹਾਰਦਾ ਹੋਊਗਾ। ਤਾਂ ਸੁਆਂਕ ਰਾਜੇ ਨੂੰ ਜਦੋਂ ਪੁੱਛਿਆ ਕਿ ਤੇਰਾ ਬਲ ਕਿੰਨਾ ਹੈ ਕ੍ਰਿਸ਼ਨ ਜੀਆਂ ਨੇ, ਸੁਆਂਕ ਰਾਜਾ ਕਹਿੰਦਾ ਹੈ ਮੈਂ ਇੱਕ ਤੀਰ ਮਾਰ ਕੇ ਕੁੱਲ ਨਾਸ਼ ਕਰ ਸਕਦਾ ਹਾਂ। ਤਾਂ ਉਸ ਸਮੇਂ ਕ੍ਰਿਸ਼ਨ ਜੀ ਨੇ ਦੇਖਿਆ ਕਿ ਉਹ ਜੋ ਰੁੱਖ ਦੇ ਪੱਤਰ ਹਨ ਸਾਰੇ ਇੱਕ ਤੀਰ ਮਾਰ ਕੇ ਝਾੜ ਸਕਦਾ ਹੈ। ਤਾਂ ਕਹਿੰਦਾ ਹੈ ਹਾਂ ਮੈਂ ਝਾੜ ਦੇਵਾਂਗਾ। ਕ੍ਰਿਸ਼ਨ ਜੀਆਂ ਨੇ ਕੁਝ ਪੱਤਰੇ ਆਪਣੇ ਪੈਰਾਂ ਥੱਲੇ ਲੈ ਲਏ, ਕੁਝ ਹੱਥ ਵਿੱਚ ਲੈ ਲਏ ਅਤੇ ਉੱਥੇ ਰੁੱਖ ਦੇ ਕੋਲ ਖੜ ਗਏ। ਖਾਲਸਾ ਜੀ ਜੋ ਸਿੱਧੀਆਂ ਹੋਈਆਂ ਹਨ, ਮੰਤਰ ਸਿੱਧ ਕੀਤੇ ਹੋਏ ਹੁੰਦੇ ਹਨ, ਤੀਰਾਂ ਤੇ ਵੀ ਸ਼ਸਤਰ ਵੀ ਖਾਲਸਾ ਜੀ ਹੱਥ 'ਚ ਫੜਿਆ ਆਪ ਚੱਲਦੇ ਹਨ। ਜਾਪਾਨ ਆਦਿਕ ਸਾਇੰਟਿਸਟ ਆਦਿਕ ਉਹਨਾਂ ਵੀ ਪ੍ਰੂਫ ਕਰ ਦਿੱਤਾ ਹੈ। ਅਤੇ ਖਾਲਸਾ ਜੀ ਜਦੋਂ ਉਸਨੇ ਤੀਰ ਚਲਾਇਆ ਸਾਰੇ ਪੱਤਰ ਅਤੇ ਕ੍ਰਿਸ਼ਨ ਜੀਆਂ ਦੇ ਪੈਰਾਂ ਦੇ ਥੱਲਿਓਂ ਕੱਢ ਦਿੱਤੇ। ਜਿਸ ਸਮੇਂ ਕ੍ਰਿਸ਼ਨ ਨੇ ਵੇਖਿਆ ਕਿ ਇਹ ਤਾਂ ਬੜਾ ਬਲਵਾਨ ਹੈ, ਤਾਂ ਉਸ ਸਮੇਂ ਕ੍ਰਿਸ਼ਨ ਨੇ ਪੁੱਛਿਆ ਤੂੰ ਦਾਨੀ ਵੀ ਹੈ? ਕਹਿੰਦਾ ਹਾਂ ਮਹਾਰਾਜ। ਕ੍ਰਿਸ਼ਨ ਕਹਿੰਦੇ ਕੀ ਦਾਨ ਕਰ ਸਕਦਾ ਹੈ? ਕਹਿੰਦਾ ਹਾਂ ਮੈਂ ਆਪਣਾ ਸਿਰ ਤੱਕ ਦਾਨ ਕਰ ਸਕਦਾ ਹਾਂ। ਤਾਂ ਉਸ ਸਮੇਂ ਉਸਨੇ ਆਪਣਾ ਸਿਰ ਦਾਨ ਕਰ ਦਿੱਤਾ ਸੀ। ਤਾਂ ਉਸ ਸਮੇਂ ਕ੍ਰਿਸ਼ਨ ਜੀਆਂ ਨੂੰ ਕਿਹਾ ਮੈਂ ਤਾਂ ਮਹਾਭਾਰਤ ਦਾ ਯੁੱਧ ਦੇਖਣਾ ਸੀ। ਤਾਂ ਇੱਕ ਟਿੱਬੀ ਤੇ ਉਹਦਾ ਮੂੰਹ ਟੰਗ ਕੇ ਸਾਰਾ ਉਸਨੂੰ ਮਹਾਭਾਰਤ ਦਾ ਯੁੱਧ ਦਿਖਾਇਆ ਸੀ, ਕਿਉਂਕਿ ਕ੍ਰਿਸ਼ਨ ਜੀ ਜਾਣਦੇ ਸੀ ਕਿ ਅਸੀਂ ਤਾਂ ਪਾਪੀਆਂ ਦਾ ਨਾਸ਼ ਕਰਨਾ ਹੈ। ਜੇ ਉਹ ਹਾਰਦੇ ਦਿਖੇ ਤੇ ਇਹਨੇ ਉਹਨਾਂ ਵੱਲ ਹੋ ਜਾਣਾ ਹੈ। ਤਾਂ ਖਾਲਸਾ ਜੀ ਇਸ ਸਾਖੀ ਤੇ ਕੋਈ ਕਿੰਤੂ ਨਹੀਂ ਕਰਦਾ, ਕਿਉਂਕਿ ਬਾਜਾਂ ਵਾਲੇ ਪਿਤਾ ਜੀਆਂ ਨੇ ਵੀ ਇਸ ਸਾਖੀ ਦੇ ਬਾਬਤ ਦੱਸਿਆ ਹੈ, ਕੋਈ ਕਿੰਤੂ ਨਹੀਂ ਕਰਦਾ। ਪਰ ਜੇ ਅੱਜ ਗੱਲ ਕੀਤੀ ਜਾਵੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀਆਂ ਦੀ, ਤਾਂ ਖਾਲਸਾ ਜੀ ਕਹਿੰਦੇ ਹਨ ਐਵੇਂ ਕਿਵੇਂ ਹੋ ਸਕਦਾ ਹੈ। ਪਰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਹਨ ਜੇਤੇ ਜੀਵਹਿ ਲੈ ਸਾਹ ਜੀਵਾਲੇ ਤਾਂ ਕਿ ਅਸਾਹ। ਭਾਵ ਇਹ ਅਕਾਲ ਪੁਰਖ ਵਾਹਿਗੁਰੂ ਲਈ ਕੋਈ ਵੱਡੀ ਗੱਲ ਨਹੀਂ ਹੈ, ਜੋ ਬਿਨਾਂ ਸਾਹਾਂ ਤੋਂ ਵੀ ਜਵਾ ਸਕਦਾ ਹੈ। ਆਪਣੀ ਮਾਇਆ ਆਪ ਪਸਾਰੀ ਆਪਹਿ ਦੇਖਣ ਹਾਰਾ। ਕਿ ਆਪ ਹੀ ਅਕਾਲ ਪੁਰਖ ਵਾਹਿਗੁਰੂ ਦੇ ਚੋਜ ਹਨ, ਤਿਉਂ ਦੀ ਗਤੀ ਨੂੰ ਕੋਈ ਨਹੀਂ ਜਾਣ ਸਕਦਾ। ਨਾਨਾ ਰੂਪ ਧਰੇ ਬਹੁ ਰੰਗੀ। ਨਾਨਾ ਪ੍ਰਕਾਰ ਦੇ ਜੋ ਰੂਪ ਹਨ, ਜਿਸ ਤਰ੍ਹਾਂ ਖਾਲਸਾ ਜੀ ਤੋਤੇ ਹਰੇ ਹੀ ਬਣਾ ਛੱਡੇ ਹਨ,
ਕਾਂ ਕਾਲੇ ਰੰਗ ਦੇ ਹਨ। ਇਸੇ ਤਰ੍ਹਾਂ ਜੇ ਆਪਣੇ ਵੱਲ ਦੇਖਿਆ ਜਾਵੇ, ਕੋਈ ਚਾਈਨਾ ਵਾਲੇ ਹੁੰਦੇ, ਜਾਪਾਨ ਆਦਿਕ, ਨਾਨਾ ਤਰ੍ਹਾਂ ਦੇ ਰੂਪ ਹਨ ਅਤੇ ਬਹੁਤ ਹੀ ਰੰਗਾਂ ਦੇ। ਸਭ ਤੇ ਰਹਿ ਨਿਆਰਾ। ਪਰ ਖਾਲਸਾ ਜੀ ਹਰੇਕ ਦੇ ਵਿੱਚ ਵੀ ਵਸਦਾ ਹੈ, ਪਰ ਸਭ ਤੋਂ ਨਿਆਰਾ ਵੀ ਅਕਾਲ ਪੁਰਖ ਵਾਹਿਗੁਰੂ ਹੈ। ਅਗਨਤ ਅਪਾਰ ਅਲਖ ਨਿਰੰਜਨ। ਅਤੇ ਖਾਲਸਾ ਜੀ ਅਗਣਤ ਭਾਵ ਜੋ ਗਿਣਤੀ ਦੇ ਵਿੱਚ ਨਹੀਂ ਆਉਂਦਾ, ਅਪਾਰ ਜਿਸ ਦਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਕਿ ਇਧਰਲਾ ਕੰਡਾ ਕਿੱਥੇ ਹੈ ਤੇ ਪਰਲਾ ਕੰਡਾ ਕਿੱਥੇ ਹੈ। ਅਲਖ ਜਿਸ ਨੂੰ ਗਿਆਨ ਰਾਹੀਂ ਭਾਵ ਲਖਿਆ ਨਹੀਂ ਜਾ ਸਕਦਾ। ਨਿਰੰਜਨ ਜੋ ਕਾਲਖ ਤੋਂ ਰਹਿਤ ਹੈ, ਜਿਸ ਨੂੰ ਕਿਸੇ ਤਰ੍ਹਾਂ ਨਿਹ ਕਲੰਕ ਰੂਪ ਹੈ। ਜੋ ਜਹ ਸਭ ਜਗ ਪਰਮਾਇਓ। ਉਸ ਹੀ ਅਕਾਲ ਪੁਰਖ ਵਾਹਿਗੁਰੂ ਨੇ ਇਹ ਸਾਰਾ ਜਗ ਪਰਮਾਇਆ ਹੋਇਆ ਹੈ। ਅਤੇ ਖਾਲਸਾ ਜੀ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਕਤਹੂ ਸਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂ ਅਚਿੰਤ ਹੋਏ ਕੈ ਸੋਵਤ ਅਚੇਤ ਹੋ। ਭਾਵ ਕਿਤੇ ਤਾਂ ਬੜੀ ਚੇਤਨਾ ਦੇ ਸਹਿਤ ਇਸ ਸੰਸਾਰ ਦੀ ਰਚਨਾ ਕਰ ਰਹੇ ਹਨ, ਨਾਨਾ ਰੂਪ ਧਰੇ ਬਹੁ ਰੰਗੀ, ਅਤੇ ਕਿਤੇ ਸਭ ਤੇ ਰਹਿ ਨਿਆਰਾ। ਭਾਵ ਕਿਤੇ ਐ ਸੁੱਤੇ ਪਏ ਹਨ ਜਿਵੇਂ ਕਿਤੇ ਕੋਈ ਫਿਕਰ ਹੀ ਨਹੀਂ। ਸੋਵਤ ਅਚੇਤ ਹੋ, ਘੂਕਾ ਮਾਰ ਕੇ ਸੁੱਤੇ ਪਏ ਹਨ। ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਕਿਤੇ ਤਾਂ ਭਿਖਾਰੀਆਂ ਦੀ ਨਿਆਈ ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਉਹ ਕਾਲ ਪੁਰਖ ਵਾਹਿਗੁਰੂ ਜੀ ਆਪ ਭੀਖ ਮੰਗ ਰਹੇ ਹਨ। ਤੇ ਕਿਤੇ ਵੱਡੇ ਵੱਡੇ ਦਾਨ ਭਾਵ ਇੰਦਰ ਵਰਗੇ ਨੂੰ ਸਵਰਗਾਂ ਦਾ ਦਾਨ ਦੇ ਰਹੇ ਹਨ। ਕਤਹੂ ਭਿਖਾਰੀ ਹੋਏ ਕੈ ਮੰਗਤ ਫਿਰਤ ਭੀਖ, ਕਹੂ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਕਹੂੰ ਬੇਦ ਰੀਤ, ਕਹੂੰ ਤਾਸੋ ਵਿਪਰੀਤ, ਕਹੂੰ ਤ੍ਰਿਗੁਣ ਅਤੀਤ, ਕਹੂੰ ਸਰਗੁਣ ਸਮੇਤ ਹੋ। ਕਿਤੇ ਤਾਂ ਖਾਲਸਾ ਜੀ ਜੋ ਵੇਦ ਆਦਿਕ ਧਾਰਮਿਕ ਪੁਸਤਕਾਂ ਹਨ, ਇਹਨਾਂ ਦੇ ਤੁਸੀਂ ਰੀਤੀ ਦੇ ਅਨੁਸਾਰ ਹੋ, ਤੇ ਜਿੱਥੇ ਕਟਾਕਸ਼ ਕਰ ਰਹੇ ਹੋ ਉਹ ਵੀ ਅਕਾਲ ਪੁਰਖ ਵਾਹਿਗੁਰੂ ਜੀ ਤੁਸੀਂ ਹੋ। ਆਪਣੀ ਮਾਇਆ ਆਪ ਪਸਾਰੀ, ਕਹੂੰ ਤ੍ਰਿਗੁਣ ਅਤੀਤ ਹੋ। ਤਿੰਨਾਂ ਗੁਣਾਂ ਦੇ ਵਿੱਚ ਮਹਾਰਾਜ ਜੀ ਕਿਤੇ ਆਉਂਦੇ ਹੋ, ਕਿਤੇ ਸੁਰਗੁਣ ਸਮੇਤ ਹੋ। ਭਾਵ ਕਿਤੇ ਤਾਂ ਮਹਾਰਾਜ ਜੀ ਆਪ ਜੀਆਂ ਦਾ ਪਾਰਾਵਾਰ ਹੀ ਨਹੀਂ ਪਾਇਆ ਜਾ ਸਕਦਾ, ਕਿਉਂਕਿ ਹਰ ਕੀ ਗਤ ਨਹਿ ਕੋਊ ਜਾਣੈ। ਸਿੱਖਾਂ ਨੇ ਪੁੱਛਿਆ ਹੈ ਕਾਂਛੀ ਦਿਆਂ ਨੇ ਕਿ ਹਜੂਰ ਹਰੀ ਦੀ ਗਤੀ ਕੋਈ ਜਾਣ ਸਕਦਾ ਹੈ? ਹਜੂਰ ਕਹਿੰਦੇ ਹਨ, ਜੇਤੇ ਬਦਨ ਸ੍ਰਿਸ਼ਟ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਰ ਆਲਮ। ਅਤੇ ਕਾਲ ਪੁਰਖ ਵਾਹਿਗੁਰੂ ਸਭ ਤੋਂ ਆਪਣੀਆਂ ਆਪਣੀਆਂ ਮੱਤਾਂ ਲਾ ਕੇ ਥੱਕ ਗਏ ਹਨ, ਜੋਗੀ ਜਤੀ ਤਪੀ। ਪਰ ਕਾਲ ਪੁਰਖ ਵਾਹਿਗੁਰੂ ਦੀ ਗਤ ਨੂੰ ਕੋਈ ਨਹੀਂ ਜਾਣ ਸਕਦਾ। ਜਿਹ ਸਭ ਜਗ ਪਰਮਾਇਓ। ਤੇ ਉਸ ਕਾਲ ਪੁਰਖ ਵਾਹਿਗੁਰੂ ਨੇ ਹੀ ਖਾਲਸਾ ਜੀ ਸਭ ਜਗ ਭਰਮਾਇਆ ਹੋਇਆ ਹੈ। ਅਤੇ ਖਾਲਸਾ ਜੀ ਇਸੇ ਤਰ੍ਹਾਂ ਜਿਸ ਤਰ੍ਹਾਂ ਬਚਨ ਆਉਂਦੇ ਹਨ ਕਿ ਫਲਤ ਆਪਣੀ ਭਾਵਨਾ, ਜਾਂ ਮੈਂ ਭੇਦ ਨਾ ਕੋਏ, ਭਲੋ ਭਲੋ ਕੋ ਹੋਤ ਹੈ, ਬੁਰੋ ਬੁਰੋ ਕੋ ਹੋਏ। ਭਾਵ ਬਾਜਾਂ ਵਾਲੇ ਪਿਤਾ ਜੀ ਜਿਸ ਤਰ੍ਹਾਂ ਇਹ ਬਚਨ ਉਚਾਰਦੇ ਹਨ ਕਿ ਜਿਸ ਤਰ੍ਹਾਂ ਦੀ ਕਿਸੇ ਦੀ ਭਾਵਨਾ ਹੁੰਦੀ ਹੈ, ਅਕਾਲ ਪੁਰਖ ਵਾਹਿਗੁਰੂ ਉਸੇ ਰੂਪ ਵਿੱਚ ਆ ਕੇ ਹੀ ਉਸ ਨੂੰ ਦਰਸ਼ਨ ਦੇ ਦਿੰਦੇ ਹਨ। ਜਿਸ ਤਰ੍ਹਾਂ ਖਾਲਸਾ ਜੀ ਪਟਨਾ ਸਾਹਿਬ ਵਿਖੇ ਜਦੋਂ ਇੱਕ ਪੰਡਤ ਨੇ ਹਰ ਰੋਜ਼ ਰਾਮਚੰਦਰ ਦਾ ਪੁਜਾਰੀ ਸੀ, ਭਗਵਾਨ ਰਾਮਚੰਦਰ ਨੂੰ ਜਿਸ ਤਰ੍ਹਾਂ ਲੱਡੂ ਭੇਟ ਕਰਦਾ ਸੀ, ਬਾਜਾਂ ਵਾਲੇ ਪਿਤਾ ਜੀ ਆ ਕੇ ਲੱਡੂ ਛਕ ਲੈਂਦੇ ਹਨ। ਤਾਂ ਧੰਨ ਮਾਤਾ ਗੁਜਰ ਕੌਰ ਜੀਆਂ ਕੋਲ ਜਾ ਕੇ ਕਹਿੰਦਾ ਹੈ, ਮਾਤਾ ਜੀ ਆਪ ਜੀਆਂ ਦੇ ਲਾਲ ਨੇ ਮੇਰੀ ਪੂਜਾ ਵਾਲੇ ਲੱਡੂ ਛਕ ਲਏ। ਤਾਂ ਉਸ ਸਮੇਂ ਜਦੋਂ ਮਾਤਾ ਜੀ ਨੇ ਪੁੱਛਿਆ, ਲਾਲ ਜੀ ਤੁਸੀਂ ਏਦਾਂ ਕਿਉਂ ਕੀਤਾ? ਤਾਂ ਧੰਨ ਬਾਜਾਂ ਵਾਲੇ ਪਿਤਾ ਜੀ ਕਹਿੰਦੇ ਹਨ, ਮਾਤਾ ਜੀ ਰੋਜ਼ ਤਾਂ ਕਹਿੰਦੇ ਹਨ ਕਿ ਮੈਨੂੰ ਲੱਡੂ ਛਕ ਲਓ, ਜੇ ਅੱਜ ਛਕ ਲਏ ਤਾਂ ਖਾਲਸਾ ਜੀ ਕੀ ਹੋ ਗਿਆ? ਮਾਤਾ ਜੀ ਨੂੰ ਕਹਿੰਦੇ ਹਨ। ਤਾਂ ਉਸ ਸਮੇਂ ਬ੍ਰਾਹਮਣ ਜੋ ਪੰਡਤ ਸੀ ਕਹਿੰਦਾ ਹੈ, ਜੇ ਤੁਸੀਂ ਹੀ ਰਾਮਚੰਦਰ ਹੋ ਤਾਂ ਮੈਨੂੰ ਉਸੇ ਰੂਪ ਵਿੱਚ ਦਰਸ਼ਨ ਦੇਵੋ। ਤਾਂ ਬਾਜਾਂ ਵਾਲੇ ਪਿਤਾ ਜੀਆਂ ਨੇ ਉਸ ਨੂੰ ਉਸੇ ਰੂਪ ਵਿੱਚ ਹੀ ਦਰਸ਼ਨ ਦਿੱਤੇ ਸੀ। ਇਸੇ ਤਰ੍ਹਾਂ ਜੇ ਕੋਈ ਖਾਲਸਾ ਜੀ ਜਿਹ ਕੋ ਜੁਗ ਚਾਰ ਮੈਂ ਨੌ ਜਪੈ, ਤਿਹ ਸੋ ਲਾਰੀਏ ਮਰੀਐ ਤਰੀਐ। ਭਾਵ ਜੇ ਜੰਗ ਦੇ ਮੈਦਾਨ ਵਿੱਚ ਕੋਈ ਸੂਰਮਾ ਯੋਧਾ ਅਕਾਲ ਪੁਰਖ ਵਾਹਿਗੁਰੂ ਨਾਲ ਜੇ ਲੜਨਾ ਵੀ ਚਾਹੁੰਦਾ ਹੈ, ਮਹਾਰਾਜ ਜੀਆਂ ਨੇ ਬੇਅੰਤ ਸ੍ਰੀ ਗੁਰੂ ਦਸਮ ਗ੍ਰੰਥ ਵਿੱਚ ਪ੍ਰਮਾਣ ਦਿੱਤੇ ਹਨ। ਜਦੋਂ ਖਾਲਸਾ ਜੀ ਕਈ ਸੂਰਮੇ ਅਕਾਲ ਪੁਰਖ ਵਾਹਿਗੁਰੂ ਨੂੰ ਜਦੋਂ ਕਹਿੰਦੇ ਸਨ, ਲਲਕਾਰ ਲੈਂਦੇ ਸਨ, ਜਿਸ ਸਮੇਂ ਅਕਾਲ ਪੁਰਖ ਸਾਹਿਬ ਵਾਹਿਗੁਰੂ ਅੱਗੇ ਆਏ, ਕਹਿੰਦੇ ਹਨ, ਜਾਂ ਤਾਂ ਤੂੰ ਭਗਵਾਨ ਨਹੀਂ ਹੈਗਾ ਜੇ ਅਸੀਂ ਤੈਨੂੰ ਮਾਰ ਦਿੱਤਾ, ਤੇ ਜੇ ਤੂੰ ਸਾਨੂੰ ਮਾਰ ਦਿੱਤਾ ਸਾਡੇ ਵੱਡੇ ਭਾਗ ਹਨ, ਤੇਰੇ ਨਾਲ ਲੜਾਂਗੇ, ਮਰਾਂਗੇ ਤੇ ਅਸੀਂ ਤਰ ਜਾਵਾਂਗੇ।
ਤਾਂ ਐਸੇ ਵੀ ਖਾਲਸਾ ਜੀ ਬੇਅੰਤ ਜ਼ਿਕਰ ਆਉਂਦੇ ਹਨ। ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ, ਪੁਨ ਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪਹਪਨ ਬ੍ਰਿਸ਼ਟ ਗਗਨ ਤੇ ਭਈ ਸਭਨ ਆਣ ਵਧਾਈ ਦਈ। ਜੇ ਪਿੱਛੋਂ ਪੜੀਏ, ਇਸ ਰਾਖਸ਼ ਦਾ ਸ਼ਿੰਗਾਰ ਅਕਾਲ ਪੁਰਖ ਵਾਹਿਗੁਰੂ ਨੇ ਕੀਤਾ ਹੈ। ਅਤੇ ਖਾਲਸਾ ਜੀ ਜੇ ਕੋਈ ਜੰਗ ਦੀ ਭਾਵਨਾ ਲੈ ਕੇ ਆਉਂਦਾ ਹੈ ਤਾਂ ਅਕਾਲ ਪੁਰਖ ਵਾਹਿਗੁਰੂ ਜੀ ਉਹਨੂੰ ਸੂਰਮੇ ਦੇ ਰੂਪ ਵਿੱਚ ਦਰਸ਼ਨ ਦਿੰਦੇ ਹਨ। ਭਲੋ ਭਲੋ ਕੋ ਹੋਤ ਹੈ, ਜੇ ਕੋਈ ਕਿਸੇ ਦਾ ਭਲਾ ਮੰਗਦਾ ਹੈ ਤਾਂ ਉਹਦੇ ਵੀ ਭਲਾ ਹੀ ਹੁੰਦਾ ਹੈ। ਬੁਰੋ ਬੁਰੇ ਕੋ ਹੋਏ, ਜੇ ਕੋਈ ਬੁਰਾ ਮੰਗਦਾ ਹੈ ਤਾਂ ਉਹਦਾ ਬੁਰਾ ਹੁੰਦਾ ਹੈ। ਜਿਸ ਤਰ੍ਹਾਂ ਕਈ ਸਾਖੀਆਂ ਆਉਂਦੀਆਂ ਹਨ, ਇੱਕ ਭਾਵ ਇੱਕ ਨੂੰ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਨ, ਮੰਗ ਤੂੰ ਕੀ ਮੰਗਦਾ ਹੈ, ਪਰ ਤੂੰ ਜੋ ਕੁਝ ਵੀ ਮੰਗੇਗਾ ਤੇਰੇ ਗਵਾਂਢੀ ਨੂੰ ਦੁੱਗਣਾ ਮਿਲੇਗਾ। ਉਹ ਸੋਚਦਾ ਹੈ, ਜੇ ਮੈਂ 2 ਘਰ ਮੰਗੇ ਮੇਰੇ ਗਵਾਂਢੀ ਨੂੰ 4 ਮਿਲਣਗੇ, ਜੇ ਮੈਂ 2 ਗੱਡੀਆਂ ਮੰਗੀਆਂ ਉਹਨੂੰ 4 ਮਿਲਣਗੀਆਂ। ਉਹ ਕਹਿੰਦਾ ਹੈ ਕਿ ਮੇਰੇ ਘਰ ਦੇ ਅੱਗੇ 1 ਟੋਇਆ ਖੱਟ ਦੋ, ਤਾਂ ਕਿ ਮੇਰੇ ਗਵਾਂਢੀ ਦੇ 2 ਖੱਟੇ ਜਾਣ। ਇਹ ਹਾਲਤ ਹੋ ਚੁੱਕੀ ਹੈ ਸੰਸਾਰ ਦੀ। ਇਸੇ ਤਰ੍ਹਾਂ ਹਜੂਰ ਕਹਿੰਦੇ ਹਨ ਕਿ ਜਿਸ ਤਰ੍ਹਾਂ ਭਲੋ ਭਲੋ ਕੋ ਹੋਤ ਹੈ, ਬੁਰੋ ਬੁਰੋ ਕੋ ਹੋਏ, ਭਾਵ ਬੁਰੇ ਦਾ ਫਿਰ ਬੁਰਾ ਹੀ ਹੁੰਦਾ ਹੈ। ਹਜੂਰ ਕਹਿ ਰਹੇ ਹਨ, ਅਗਣਤ ਅਪਾਰ ਅਲਖ ਨਿਰੰਜਨ ਜਿਹ ਸਭ ਜਗ ਭਰਮਾਇਓ। ਆਪ ਹੀ ਅਕਾਲ ਪੁਰਖ ਵਾਹਿਗੁਰੂ ਨੇ ਸਾਰਾ ਜਗ ਭਰਮਾ ਰੱਖਿਆ ਹੈ। ਸਗਲ ਪਰਮ ਤਜ ਨਾਨਕ ਪ੍ਰਾਣੀ। ਮਹਾਰਾਜ ਜੀ ਹੁਣ ਅਖੀਰਲੀਆਂ ਪੰਕਤੀਆਂ ਵਿੱਚ ਫਰਮਾ ਰਹੇ ਹਨ, ਸਗਲ ਭਰਮ, ਭਾਵ ਜੋ ਇਹ ਭਰਮ ਦੇ ਖੋਪੇ ਅੱਖਾਂ ਅੱਗੇ ਪਏ ਹੋਏ ਹਨ, ਜਿੰਦੇ ਕਰਕੇ ਕੁਝ ਦਿਖਦਾ ਨਹੀਂ। ਜਿਸ ਤਰ੍ਹਾਂ 5 ਪ੍ਰਕਾਰ ਦੇ ਭਰਮ ਮੰਨੇ ਜਾਂਦੇ ਹਨ, ਭੇਦ ਭਰਮ, ਕਰਤੱਤ, ਸੰਗ, ਵਿਕਾਰ, ਤੱਤਵ ਅਤੇ ਇਤਿਆਦਿਕ। ਹਜੂਰ ਕਹਿੰਦੇ ਹਨ, ਜਿੰਨੇ ਵੀ ਭਰਮ ਹਨ ਇਹ ਸਾਰੇ ਭਰਮ ਤਜ ਛੱਡ ਦੇ। ਚਰਨ ਤਾਹੇ ਚਿਤ ਲਾਇਓ। ਤੇ ਹਜੂਰ ਦੇ ਚਰਨਾਂ ਨਾਲ ਚਿੱਤ ਲਾ ਲਾ। ਜਿਸ ਸਮਾਂ ਕਈ ਪੁੱਛਦੇ ਹਨ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਕਿਹੜੇ ਚਰਨ ਹਨ? ਹਜੂਰ ਕਹਿੰਦੇ ਹਨ, ਚਿੱਤ ਚਰਨ ਨਾਮ। ਨਾਮ ਹੀ ਅਕਾਲ ਪੁਰਖ ਵਾਹਿਗੁਰੂ ਦੇ ਚਰਨ ਹਨ। ਉਹਦੇ ਨਾਲ ਤੂੰ ਆਪਣਾ ਮਨ ਲਾ ਲਾ। ਸਗਲ ਭਰਮ ਤਜ, ਸਗਲ ਪਰਮ ਤਜ ਨਾਨਕ ਪ੍ਰਾਣੀ। ਇਹ ਸਾਰੇ ਭਰਮ ਤਜ ਦੇ। RAM ਰਮਤ ਸਭ ਘਟ ਬਿਖੈ, ਸਭ ਮਹਿ RAM ਰਹੀਮ। ਇਹ ਯਾਦ ਕਰ ਲਿਆ ਕਰ। ਇਹ ਜਾਣ ਕੇ ਖਾਲਸਾ ਜੀ ਗੁਰਸਿੱਖ ਜਾਣ ਲੈਂਦੇ ਹਨ ਕਿ ਹਰੇਕ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਤੇ ਛਿਨ ਮੈਂ ਰਾਉ ਰੰਕ ਕੋ ਡਰ ਕਰੀ, ਭਾਵ ਜੇ ਤੇਰੇ ਵਿੱਚ ਕੋਈ ਗੁਣ ਹੈ ਅਕਾਲ ਪੁਰਖ ਵਾਹਿਗੁਰੂ ਉਹ ਖੋ ਵੀ ਸਕਦਾ ਹੈ। ਦੇਖ, ਜੇ ਤੂੰ ਅੱਜ ਗਰੀਬ ਹੈ ਕੱਲ ਨੂੰ ਅਮੀਰ ਵੀ ਹੋ ਸਕਦਾ ਹੈ। ਇਹ ਤਾਂ ਮੌਜ ਹੈ ਨਾ ਅਕਾਲ ਪੁਰਖ ਵਾਹਿਗੁਰੂ ਦੀ। ਇਹ ਜਾਣ ਕੇ ਸਭ ਦੇ ਚਰਨਾਂ ਦੀ ਗੁਰਮੁਖ ਧੂੜੀ ਹੋਏ ਰਹਿੰਦੇ ਹਨ, ਕਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ, ਕਿਉਂਕਿ ਖਾਲਸਾ ਜੀ ਉਹਨਾਂ ਨੂੰ ਪਤਾ ਹੈ ਜੇ ਮੈਂ ਅੱਜ ਇਹਦੇ ਨਾਲ ਧੱਕਾ ਕੀਤਾ ਕੱਲ ਨੂੰ ਮੇਰੇ ਨਾਲ ਵੀ ਹੋ ਸਕਦਾ ਹੈ। ਜੇ ਮੈਂ ਅੱਜ ਇਹਦੇ ਪੈਸੇ ਮਾਰੇ, ਮੇਰੀ ਕੋਠੀ ਆਦਿਕ ਪ੍ਰਾਪਰਟੀ ਆਦਿਕ ਸਾਰੀ ਅਕਾਲ ਪੁਰਖ ਵਾਹਿਗੁਰੂ ਦੀ। ਇਹ ਤਾਂ ਮੌਜ ਹੈ ਨਾ, ਕਿੰਨੀ ਉਹਨੇ ਫਿਰ ਖੋ ਵੀ ਲੈਣੀ ਹੈ। ਕੁਝ ਵੀ ਕਰ ਸਕਦਾ ਹੈ ਅਕਾਲ ਪੁਰਖ ਵਾਹਿਗੁਰੂ। ਤਾਂ ਹਜੂਰ ਕਹਿੰਦੇ ਹਨ, ਇਹ ਭਰਮ ਤਜ ਦੇ। RAM ਰਮਤ ਸਭ ਘਟ ਬਿਖੈ, ਸਭ ਮਹਿ RAM ਰਹੀਮ। ਰਾਵ ਰੰਕ ਰਈਅਤ ਤੁਹੀਂ, ਰਾਵ ਰਾਜ ਕਰੀਮ। ਭਾਵ ਰਾਜੇ ਦੇ ਵਿੱਚ, ਉਸ ਤੋਂ ਬਾਅਦ ਵਜ਼ੀਰਾਂ ਦੇ ਵਿੱਚ ਅਤੇ ਰਈਅਤ ਜੋ ਥੱਲੇ ਜੋ ਸੂਬੇ ਵਿੱਚ ਰਹਿੰਦੇ ਹਨ, ਸਭ ਵਿੱਚ ਅਕਾਲ ਪੁਰਖ ਵਾਹਿਗੁਰੂ ਵਸਦਾ ਹੈ। ਇਹ ਸਭ ਜਿਹੜੇ ਤੇਰੇ ਭਰਮ ਹਨ ਤੈਨੂੰ ਅਲੱਗ-ਅਲੱਗ ਦਿਖਦੇ ਹਨ। ਤੂੰ ਕਿਸੇ ਦਾ ਦਿਲ ਦਿਖਾਉਣਾ ਹੈ, ਸੋਚਦਾ ਵੀ ਨਹੀਂ ਹੈ। ਦਿਲ ਦਿਖਾਉਣ ਦੀ ਵੀ ਬੜੀ ਵੱਡੀ ਸਜ਼ਾ ਹੋਇਆ ਕਰਦੀ ਹੈ। ਹਜੂਰ ਕਹਿੰਦੇ ਹਨ, ਸਾਰੇ ਭਰਮ ਤਜ ਕੇ ਪ੍ਰਾਣੀ ਹਾਂਜੀ। ਚਰਨ ਤਾਹੇ ਚਿਤ ਲਾਇਓ। ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਚਿੱਤ ਲਾ ਲਾ। ਇਹ ਖਾਲਸਾ ਜੀ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਅੱਗੇ ਜਿਸ ਤਰ੍ਹਾਂ ਸੋਰਠ ਰਾਗ ਵਿੱਚ ਹਜੂਰ ਦੇ ਜਿਸ ਤਰ੍ਹਾਂ ਅੰਮ੍ਰਿਤ ਗੁਰਬਾਣੀ ਦੇ ਸ਼ਬਦ ਆਉਣਗੇ, ਆਉਣ ਵਾਲੇ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ। ਇਹ ਬਿਹਾਗੜਾ ਰਾਗ ਵਿੱਚ ਜਿਸ ਤਰ੍ਹਾਂ ਨਾਵੇਂ ਪਾਤਸ਼ਾਹ ਜੀਆਂ ਦੇ ਬਚਨ ਹਨ ਕਿ ਜਿਸ ਤਰ੍ਹਾਂ ਹਜੂਰ ਕਹਿੰਦੇ ਹਨ, ਲੇਖ ਬੰਦਿਆ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਹੈਗਾ। ਹਜੂਰ ਦੱਸ ਰਹੇ ਹਨ ਕਿ ਅਕਾਲ ਪੁਰਖ ਵਾਹਿਗੁਰੂ ਨੂੰ ਕੀ ਭਾਉਂਦਾ ਹੈ, ਇਹ ਤਾਂ ਕੋਈ ਵੀ ਨਹੀਂ ਜਾਣ ਸਕਦਾ। ਹਜੂਰ ਕਿਰਪਾ ਕਰਨ ਸਾਨੂੰ ਵੀ ਇਹ ਸਮਝ ਆਵੇ। ਨਾਨਕ ਜਿਉਂ ਜਿਉਂ ਸੱਚਾ ਭਾਵੈ, ਤਿਉਂ ਤਿਉਂ ਦੇਹ ਗਰਾਹ। ਭਾਵ ਜਿਵੇਂ ਜਿਵੇਂ ਭਾਉਂਦਾ ਹੈ ਉਹਨੂੰ, ਜਿੱਥੇ ਜਿੱਥੇ ਰੋਜੀ ਰੱਖੀ ਹੋਈ ਹੁੰਦੀ ਹੈ ਉੱਥੇ ਅਕਾਲ ਪੁਰਖ ਵਾਹਿਗੁਰੂ ਲੈ ਜਾਂਦਾ ਹੈ। ਦੇਖ, ਕਦੇ ਕਿਸੇ ਦਾ ਦਿਲ ਨਾ ਦੁਖਾਇਆ ਕਰ। ਹਜੂਰ ਦੇ ਚਰਨਾਂ ਨਾਲ ਚਿੱਤ ਲਾ ਲਾ। ਇਹ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਮਹਾਰਾਜ ਜੀਆਂ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਅਤੇ ਖਾਲਸਾ ਜੀ ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀ ਲਿਖਦੇ ਹਨ, ਤੇਗ ਬਹਾਦਰ ਸਿਮਰੀਐ
ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਮਹਾਰਾਜ ਜੀਆਂ ਦਾ ਨਾਮ ਲੈਣ ਮਾਤਰ ਸੇ ਹੀ ਘਰ ਦੇ ਵਿੱਚ 9 ਨਿਧੀਆਂ 18 ਸਿੱਧੀਆਂ ਆ ਜਾਂਦੀਆਂ ਹਨ ਤੇ ਹਰੇਕ ਥਾਂ ਤੇ ਹਜੂਰ ਕਿਰਪਾ ਕਰਦੇ ਹਨ। ਆਓ ਸਾਰੀਆਂ ਸੰਗਤਾਂ 5 ਮਿੰਟ ਵਾਸਤੇ ਜਿਸ ਤਰ੍ਹਾਂ ਹਜੂਰ ਦਾ ਜਾਪ ਕਰੀਏ, ਉਸ ਤੋਂ ਉਪਰੰਤ ਖਾਲਸਾ ਜੀ ਸਮਾਪਤੀ ਹੈ। ਤੇਗ ਬਹਾਦਰ ਸਿਮਰਿਐ, ਗੁਰ ਤੇਗ ਬਹਾਦਰ ਸਿਮਰਿਐ। 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 ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਘਰ ਨੌ ਨਿਧ ਆਵੈ ਧਾਏ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਤੇਗ ਬਹਾਦਰ ਪਰਮ ਕਿਰਪਾਲਾ, ਵਾਹਿਗੁਰੂ ਪਰਮ ਕਿਰਪਾਲਾ। ਤੋਸੋ ਨਹੀਂ ਦਾਤਾ ਕੋ, ਮੋਸੋ ਨਾ ਭਿਖਾਰੀ ਦੀਨ। ਤੋਸੋ ਨਹੀਂ ਦਾਤਾ ਕੋ, ਮੋਸੋ ਨਾ ਭਿਖਾਰੀ ਦੀਨ। ਤੋਸੋ ਨਹੀਂ ਦਾਤਾ ਕੋ, ਮੋਸੋ ਨਾ ਭਿਖਾਰੀ ਦੀਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ। ਜਿਸ ਤਰ੍ਹਾਂ ਕਵੀ ਭਾਈ ਸੰਤੋਖ ਸਿੰਘ ਜੀ ਬੇਨਤੀ ਕਰਦੇ ਹਨ, ਤੋਸੋ ਨਹੀਂ ਦਾਤਾ ਕੋ, ਮੋਸੋ ਨਾ ਭਿਖਾਰੀ ਦੀਨ। ਤੋਸੋ ਨਾ ਦਿਆਲ, ਦੁਖੀ ਮੋਸੋ ਨਾ ਅਲਾਈਐ। ਮੋਸੋ ਨਾ ਕਰਿਤ ਘਣ, ਤੋਸੋ ਉਪਕਾਰੀ ਨਾਹੀ। ਮੋਸੋ ਨਾ ਅਨਾਥ, ਨਾਥ ਤੋਸੋ ਨਾ ਬਤਾਈਐ। ਔਗਣੀ ਨਾ ਮੋਸੋ ਕੋਈ, ਗੁਣਵਾਨ ਤੋਸੋ ਨਹੀਂ। ਜਪ ਤਪ ਬ੍ਰਤ ਮੋਹ ਮੈਂ ਏਕ ਨਹਿ ਪਾਈਐ। ਕਾਵੇ ਆਇਓ ਹੈ ਸ਼ਰਨ, ਗਹੇ ਧਾਏ ਕੇ ਚਰਨ। ਗੁਰ ਤਾਰਨ ਤਰਨ, ਨਿਜ ਹਾਥ ਦਾ ਬਚਾਈਐ। ਹਜੂਰ ਕਵੀ ਜੀ ਕਹਿੰਦੇ ਹਨ, ਜਿਸ ਤਰ੍ਹਾਂ ਮਹਾਰਾਜ ਜੀ ਆਪ ਜੀਆਂ ਦੀ ਸ਼ਰਨ ਵਿੱਚ ਆ ਗਏ ਹਾਂ ਤੇ ਭੱਜ ਕੇ ਹਜੂਰ ਆਪ ਜੀਆਂ ਦੇ ਚਰਨ ਪਕੜ ਲਏ ਹਨ। ਹਜੂਰ ਹੁਣ ਆਪਣਾ ਹੱਥ ਦੇ ਕੇ ਸਾਡੀ ਰੱਖਿਆ ਕਰਨਾ ਕਰੋ। ਕੋਈ ਗੁਣ ਨਹੀਂ ਹੈਗਾ ਹਜੂਰ ਜਿਸ ਕਰਕੇ ਆਪ ਜੀਆਂ ਦੀ ਪ੍ਰਾਪਤੀ ਹੋ ਸਕੇ, ਪਰ ਹਜੂਰ ਸਾਨੂੰ ਇਹ ਵੀ ਪਤਾ ਹੈ ਜਦੋਂ ਆਪ ਜੀਆਂ ਨੇ ਕਿਰਪਾ ਕਰ ਦਿੱਤੀ ਤਾਂ ਖਾਲਸਾ ਜੀ ਔਗਣ ਕਹਿੰਦੇ ਵਿਚਾਰੇ ਹਨ, ਸਭ ਨਾਸ਼ ਹੋ ਜਾਂਦੇ ਹਨ। ਜਿਸ ਤਰ੍ਹਾਂ ਬਚਨ ਆ ਰਹੇ ਸਨ, ਰੀਤੇ ਭਰੇ ਭਰੇ ਸਖਨਾਵੇ। ਮਹਾਰਾਜ ਜੀ ਖਾਲੀ ਹਿਰਦੇ ਹਨ, ਵਿਕਾਰਾਂ ਨਾਲ ਭਰੇ ਹਨ। ਮਹਾਰਾਜ ਜੀ ਭਰ ਦਵੋ। ਹਜੂਰ ਜਿਸ ਤਰ੍ਹਾਂ ਕਹਿ ਰਹੇ ਹਨ ਕਿ ਚਰਨ ਤਾਹੇ ਚਿੱਤ ਲਾਵੋ। ਜੇ ਚਰਨਾਂ ਨਾਲ ਤੂੰ ਚਿੱਤ ਲਾ ਲਵੇਂਗਾ ਤਾਂ ਦੇਰ ਨਹੀਂ ਹੈ ਹਜੂਰ ਦੇ ਭਰਨ ਵਿੱਚ, ਪਰ ਤੂੰ ਖਾਲਸਾ ਜੀ ਆਪਾਂ ਅੰਦਰ ਭਰੀ ਕੁਝ ਹੋਰ ਫਿਰਦੇ ਹਾਂ। ਹਜੂਰ ਕਿਰਪਾ ਕਰਨ, ਹਜੂਰ ਦਾ ਅੰਮ੍ਰਿਤ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ। ਮਹਾਰਾਜ ਜੀ ਕਿਰਪਾ ਕਰਨ। ਅੱਗੇ ਜਿਸ ਤਰ੍ਹਾਂ ਨਾਵੇਂ ਪਾਤਸ਼ਾਹ ਜੀਆਂ ਦੀ ਅੱਗੇ ਸੋਰਠ ਰਾਗ ਵਿੱਚ ਗੁਰਬਾਣੀ ਆਵੇਗੀ, ਹਜੂਰ ਦੀ ਗੁਰਬਾਣੀ ਪੱਥਰ ਦਿਲਾਂ ਤੇ ਵੀ ਅਸਰ ਕਰਦੀ ਹੈ, ਸੰਸਾਰ ਦੀ ਹਾਲਤ ਦਿਖਾਉਂਦੀ ਹੈ। ਜਿਸ ਤਰ੍ਹਾਂ ਕੀ ਚੱਲ ਰਿਹਾ ਹੈ ਸੰਸਾਰ ਦੇ ਵਿੱਚ,